ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ ਨੰਬਰ 7th ਦ ਪੰਜਾਬ ਅ ਗਲਿੰਪਸ। ਇਹ ਲੈਸਨ ਜੋ ਲਾਸਟ ਈਅਰ ਬੁੱਕ ਸੀ ਉਹਦੇ ਵਿੱਚ ਵੀ ਸੀ ਤੇ ਇਸ ਵਾਰ ਵੀ ਹੈ ਤੇ ਹੋਣਾ ਵੀ ਚਾਹੀਦਾ ਸੀ, ਕਿਉਂਕਿ ਪੰਜਾਬ ਬਾਰੇ ਪੰਜਾਬ ਵਿੱਚ ਰਹਿਣ ਵਾਲਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਸੋ ਆਪਾਂ ਲੈਸਨ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਲੈਸਨ ਦਾ ਜੋ ਟਾਈਟਲ ਹੈ ਦ ਪੰਜਾਬ ਅ ਗਲਿੰਪਸ। ਗਲਿੰਪਸ ਤੋਂ ਭਾਵ ਹੈ ਝਾਤੀ, ਭਾਵ ਆਓ ਪੰਜਾਬ ਉੱਤੇ ਇੱਕ ਝਾਤ ਮਾਰੀਏ। ਠੀਕ, ਸੋ ਹਮੇਸ਼ਾ ਦੀ ਤਰ੍ਹਾਂ ਇਹ ਵੀ ਲੈਸਨ ਅਸੀਂ ਐਕਟੀਵਿਟੀ ਫਸਟ ਦੇ ਨਾਲ ਸਟਾਰਟ ਕਰਾਂਗੇ। ਉਹ ਹੈ ਕੁਝ ਨਵੇਂ ਵਰਡਸ, ਉਹਨਾਂ ਦੀ ਪ੍ਰੋਨੰਸੀਏਸ਼ਨ, ਉਹਨਾਂ ਦੇ ਸਪੈਲਿੰਗਸ, ਉਹਨਾਂ ਦੇ ਮੀਨਿੰਗਸ। ਆਓ ਸ਼ੁਰੂ ਕਰੀਏ। ਫਸਟ, ਰੈਕਗਨਾਈਜ਼ ਹੁੰਦਾ ਪਹਿਚਾਨਣਾ। ਨੈਕਸਟ ਹੈ ਪਵੇਲੀਅਨ। ਪਵੇਲੀਅਨ ਹੁੰਦਾ ਖੇਮਾ, ਇੱਕ ਮੰਡਪ, ਇੱਕ ਖਾਸ ਜਗ੍ਹਾ ਜੋ ਕਿਸੇ ਖਾਸ ਚੀਜ਼ਾਂ ਦੀ ਪ੍ਰਦਰਸ਼ਨੀ ਲਈ ਬਣਾਈ ਜਾਂਦੀ ਹੈ, ਉਸ ਨੂੰ ਕਹਿੰਦੇ ਆ ਪਵੇਲੀਅਨ। ਜ਼ੈਸਟ ਹੁੰਦਾ ਜੋਸ਼। ਨੈਕਸਟ ਹੈ ਇਨਵੇਜਨ ਹੁੰਦਾ ਹਮਲਾ, ਆਕਰਮਣ। ਫਿਫਥ, ਬਰੂਟਲ ਹੁੰਦਾ ਕਠੋਰ, ਅਸਭਿਅਕ, ਨਿਰਦਇਤਾ ਦੇ ਨਾਲ ਭਰਪੂਰ। ਨੈਕਸਟ ਹੈ ਪ੍ਰੋਸੈਸ਼ਨ, ਜਿਸ ਨੂੰ ਆਪਾਂ ਸ਼ੋਭਾ ਯਾਤਰਾ ਜਾਂ ਨਗਰ ਕੀਰਤਨ, ਜੇ ਕੋਈ ਰੈਲੀ ਵਗੈਰਾ ਹੋਵੇ, ਜਾਂ ਜਲੂਸ। ਇਰੀਗੇਟ ਹੁੰਦਾ ਸਿੰਜਾਈ ਕਰਨੀ। ਨੈਕਸਟ ਹੈ ਮੈਲੋਡੀਅਸ ਹੁੰਦਾ ਸੁਰੀਲਾ, ਰਸ ਭਰਪੂਰ। ਨੈਕਸਟ ਸ਼ਰਾਈਨ, ਧਾਰਮਿਕ ਅਸਥਾਨ। ਪਿਲਗ੍ਰਿਮੇਜ, ਤੀਰਥ ਅਸਥਾਨ। ਆਰਕੀਟੈਕਟ, ਨਿਰਮਾਤਾ, ਸ਼ਿਲਪਕਾਰ। ਮੈਨੂਫੈਕਚਰ, ਨਿਰਮਾਣ ਕਰਨਾ। Okay, let's read lesson. Balle balle, oh balle balle. Children, you must have recognized this famous folk dance of Punjab. ਬੱਚਿਓ, ਮੇਰੇ ਬੱਲੇ ਬੱਲੇ ਕਹਿਣ ਤੇ ਤੁਸੀਂ ਜ਼ਰੂਰ ਹੀ ਪਹਿਚਾਨ ਲਿਆ ਹੋਵੇਗਾ, ਇਹ ਤਾਂ ਪੰਜਾਬ ਦਾ ਮਸ਼ਹੂਰ ਲੋਕ ਨਾਚ ਹੈ, said Mr. Matthew ਨੇ ਕਿਹਾ, pointing at the Bhangra dancers in front of the Punjab ਪਵੇਲੀਅਨ। ਪੰਜਾਬ ਪਵੇਲੀਅਨ ਦੇ ਸਾਹਮਣੇ ਭੰਗੜਾ ਪਾ ਰਹੇ ਡਾਂਸਰਸ ਵੱਲ ਇਸ਼ਾਰਾ ਕਰਦੇ ਹੋਏ ਮਿਸਟਰ ਮੈਥਿਊ ਨੇ ਕਿਹਾ, yes we saw this folk dance during the Republic Day celebrations this year, replied the children. ਹਾਂ ਸਰ, ਬੱਚਿਆਂ ਨੇ ਕਿਹਾ, ਅਸੀਂ ਗਣਤੰਤਰ ਦਿਵਸ ਦੇ ਸਮਾਰੋਹ ਵੇਲੇ ਇਹ ਲੋਕ ਨਾਚ ਦੇਖਿਆ ਸੀ। This dance is full of energy. ਇਹ ਨਾਚ ਪੂਰੀ ਊਰਜਾ ਨਾਲ ਭਰਿਆ ਹੋਇਆ ਹੈ। It shows the great zest for life of the Punjabis. ਇਹ ਪੰਜਾਬੀਆਂ ਦੇ ਜ਼ਿੰਦਗੀ ਪ੍ਰਤੀ ਉਤਸ਼ਾਹ ਨੂੰ ਦਿਖਾਉਂਦਾ ਹੈ, said Mr. Matthew ਨੇ ਕਿਹਾ, ਪੰਜਾਬੀਜ਼ are very self-respecting and hard-working people. ਪੰਜਾਬੀ ਬੜੇ ਸਵੈ ਮਾਣ ਵਾਲੇ ਅਤੇ ਮਿਹਨਤੀ ਲੋਕ ਹੁੰਦੇ ਹਨ। They never stretch their hands before anybody for alms. ਉਹ ਭੀਖ ਮੰਗਣ ਲਈ ਆਪਣੇ ਹੱਥ ਕਿਸੇ ਅੱਗੇ ਨਹੀਂ ਫੈਲਾਉਂਦੇ। They never show their back in the battlefield. ਉਹ ਜੰਗ ਦੇ ਮੈਦਾਨ ਵਿੱਚ ਵੀ ਕਦੀ ਪਿੱਠ ਨਹੀਂ ਦਿਖਾਉਂਦੇ। The people of Punjab faced all the foreign invasions boldly. ਪੰਜਾਬ ਦੇ ਹੀ ਲੋਕਾਂ ਨੇ ਵਿਦੇਸ਼ੀ ਹਮਲਾਵਰਾਂ ਦਾ ਸਾਹਸ ਦੇ ਨਾਲ ਸਾਹਮਣਾ ਕੀਤਾ। During the struggle of India's freedom, ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਪੰਜਾਬ gave the country great heroes. ਪੰਜਾਬ ਨੇ ਸਾਡੇ ਦੇਸ਼ ਨੂੰ ਮਹਾਨ ਨਾਇਕ ਦਿੱਤੇ। They included such patriots as Lala Lajpat Rai, Bhagat Singh, Sukhdev, Udham Singh, Kartar Singh Sraba and many others. ਉਹਨਾਂ ਵਿੱਚ ਸ਼ਾਮਲ ਸਨ ਲਾਲਾ ਲਾਜਪਤ ਰਾਏ, ਭਗਤ ਸਿੰਘ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਹੋਰ ਬਹੁਤ ਸਾਰੇ। We call ਲਾਲਾ ਲਾਜਪਤ ਰਾਏ ਸ਼ੇਰੇ ਪੰਜਾਬ। ਅਸੀਂ ਲਾਲਾ ਲਾਜਪਤ ਰਾਏ ਜੀ ਨੂੰ ਸ਼ੇਰੇ ਪੰਜਾਬ ਕਹਿੰਦੇ ਹਾਂ। ਐਂਡ ਭਗਤ ਸਿੰਘ ਸ਼ਹੀਦੇ ਆਜ਼ਮ, ਅਤੇ ਭਗਤ ਸਿੰਘ ਨੂੰ ਸ਼ਹੀਦੇ ਆਜ਼ਮ ਦਾ ਖਿਤਾਬ ਦਿੰਦੇ ਹਾਂ। All these brave sons of Punjab sacrificed their lives for the sake of their motherland. ਇਹਨਾਂ ਮਹਾਨ ਪੰਜਾਬ ਦੇ ਸਪੂਤਾਂ ਨੇ ਆਪਣੀ ਜਾਨ ਨਿਛਾਵਰ ਕਰ ਦਿੱਤੀ ਆਪਣੀ ਮਾਤ ਭੂਮੀ ਲਈ। ਲਾਲਾ ਲਾਜਪਤ ਰਾਏ died as a result of the brutal lathi charge while he was leading a procession against the British in 1928. 1928 ਈਸਵੀ ਵਿੱਚ ਅੰਗਰੇਜ਼ਾਂ ਦੇ ਖਿਲਾਫ ਇੱਕ ਜਲੂਸ ਦੀ ਅਗਵਾਈ
ਅਗਵਾਈ ਕਰਦੇ ਹੋਏ ਅੰਗਰੇਜ਼ਾਂ ਦੁਆਰਾ ਹੋਏ ਬਹੁਤ ਹੀ ਘਿਨੌਣੇ ਲਾਠੀਚਾਰ ਦੇ ਨਤੀਜੇ ਵਿੱਚ ਲਾਲਾ ਲਾਜਪਤ ਰਾਏ ਜੀ ਦੀ ਡੈਥ ਹੋ ਗਈ ਸੀ। ਭਗਤ ਸਿੰਘ, ਸੁਖਦੇਵ ਐਂਡ ਰਾਜਗੁਰੂ were hanged for raising their voice against the British cruelties। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਵੀ ਫਾਂਸੀ ਦੇ ਦਿੱਤੀ ਗਈ ਸੀ ਕਿਉਂਕਿ ਉਹਨਾਂ ਨੇ ਅੰਗਰੇਜ਼ੀ ਸਾਮਰਾਜ ਦੇ ਅਤਿਆਚਾਰਾਂ ਖਿਲਾਫ ਆਵਾਜ਼ ਉਠਾਈ ਸੀ। ਭਗਤ ਸਿੰਘ was then just 26 years old। ਭਗਤ ਸਿੰਘ ਉਦੋਂ ਸਿਰਫ 26 ਸਾਲਾਂ ਦੇ ਸਨ। You can see the portraits of all these freedom fighters in this pavilion। ਤੁਸੀਂ ਇਸ ਪਵੇਲੀਅਨ ਦੇ ਵਿੱਚ, ਇਸ ਜਗ੍ਹਾ ਦੇ ਵਿੱਚ ਉਹਨਾਂ ਸਾਰਿਆਂ ਦੇ ਚਿੱਤਰ ਦੇਖ ਸਕਦੇ ਹੋ। Sir, what is this building that has bullet marks all over its walls? Sir, ਇਹ ਬਿਲਡਿੰਗ ਕਿਹੜੀ ਹੈ ਜਿਹਦੇ ਤੇ ਸਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਹਨ? Asked ਚਿੰਟੂ ਨੇ ਪੁੱਛਿਆ। This is the famous ਜਲਿਆਂਵਾਲਾ ਬਾਗ of ਅੰਮ੍ਰਿਤਸਰ। ਇਹ ਅੰਮ੍ਰਿਤਸਰ ਦਾ ਮਸ਼ਹੂਰ ਜਲਿਆਂਵਾਲਾ ਬਾਗ ਹੈ। Here on 13 April 1919 ਇੱਥੇ 13 ਅਪ੍ਰੈਲ 1919 ਵਾਲੇ ਦਿਨ a crowd of around 20,000 people had gathered for a public meeting। ਲਗਭਗ 20,000 ਲੋਕਾਂ ਦੀ ਭੀੜ ਇੱਥੇ ਇੱਕ ਜਨਤਕ ਮਿਲਣੀ ਲਈ ਇਕੱਠੀ ਹੋਈ ਸੀ। They included men, women and children। ਉਹਨਾਂ ਵਿੱਚ ਸ਼ਾਮਲ ਸਨ ਆਦਮੀ, ਔਰਤਾਂ ਅਤੇ ਬੱਚੇ। The British General Dyer came there with his riflemen। ਅੰਗਰੇਜ਼ੀ ਸਾਮਰਾਜ ਦਾ ਜਨਰਲ ਡਾਇਰ ਉੱਥੇ ਆਇਆ with his riflemen, ਆਪਣੇ ਰਾਈਫਲਮੈਨ ਦੇ ਨਾਲ। ਰਾਈਫਲਮੈਨ ਕਿਹੜੇ ਹੁੰਦੇ ਨੇ? ਜਿਨ੍ਹਾਂ ਦੇ ਹੱਥ 'ਚ ਰਾਈਫਲਸ ਹੁੰਦੀਆਂ ਨੇ, ਬੰਦੂਕ। ਓਕੇ, ਉਹ ਆਪਣੇ ਬੰਦੂਕਧਾਰੀ ਸੈਨਿਕਾਂ ਦੇ ਨਾਲ ਆਇਆ। He blocked all the exit points। ਉਸਨੇ ਸਾਰੇ ਬਾਹਰ ਜਾਣ ਦੇ ਰਾਸਤੇ ਬੰਦ ਕਰ ਦਿੱਤੇ। Without giving any warning, ਬਿਨਾਂ ਕਿਸੇ ਵਾਰਨਿੰਗ ਦਿੱਤਿਆਂ he ordered his riflemen to fire at the crowd। ਉਸਨੇ ਆਪਣੇ ਰਾਈਫਲਮੈਨ ਨੂੰ ਆਰਡਰ ਦੇ ਦਿੱਤਾ ਕਿ ਕਰਾਊਡ ਤੇ ਫਾਇਰ ਕਰ ਦਿਓ। About 1,000 people were killed and more than 1,500 were wounded। ਲਗਭਗ 1000 ਦੇ ਕਰੀਬ ਲੋਕ ਮਰ ਗਏ ਅਤੇ 1500 ਦੇ ਕਰੀਬ ਜ਼ਖਮੀ ਹੋ ਗਏ। ਪੰਜਾਬ suffered a lot on the eve of the independence of the country in 1947। ਪੰਜਾਬ ਨੇ 1947 ਦੀ ਭਾਰਤ ਵੰਡ ਵੇਲੇ ਵੀ ਬਹੁਤ ਦੁੱਖ ਚੱਲਿਆ ਹੈ। The country was partitioned। ਦੇਸ਼ ਦੀ ਵੰਡ ਹੋ ਗਈ ਸੀ। There was a terrible bloodshed। ਬਹੁਤ ਭਿਆਨਕ ਖੂਨ ਡੁੱਲਿਆ। Thousands of people had to leave their homes and live as refugees। ਹਜ਼ਾਰਾਂ ਹੀ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਅਤੇ ਸ਼ਰਨਾਰਥੀਆਂ ਦੀ ਤਰ੍ਹਾਂ ਰਹਿਣਾ ਪਿਆ। However, the brave Punjabis worked hard and started life afresh। ਹਾਲਾਂਕਿ ਬਹਾਦਰ ਪੰਜਾਬੀਆਂ ਨੇ ਫਿਰ ਤੋਂ ਮਿਹਨਤ ਕੀਤੀ ਅਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ। They played a great role in rebuilding the state। ਉਹਨਾਂ ਨੇ ਰਾਜ ਨੂੰ ਦੁਬਾਰਾ ਬਣਾਉਣ ਵਿੱਚ ਬਹੁਤ ਮਹਾਨ ਰੋਲ ਅਦਾ ਕੀਤਾ। They made Punjab the greenery of India with the help of a network of canals and the ਭਾਖੜਾ ਨੰਗਲ ਪ੍ਰੋਜੈਕਟ। ਉਹਨਾਂ ਨੇ ਨਦੀਆਂ ਦੇ ਜਾਲ ਅਤੇ ਭਾਖੜਾ ਨੰਗਲ ਪ੍ਰੋਜੈਕਟ ਦੀ ਸਹਾਇਤਾ ਨਾਲ ਪੰਜਾਬ ਨੂੰ ਇੰਡੀਆ ਦਾ ਅੰਨ ਭੰਡਾਰ ਬਣਾ ਦਿੱਤਾ। They brought about a green revolution in the country। ਉਹਨਾਂ ਨੇ ਕੰਟਰੀ ਦੇ ਵਿੱਚ ਹਰੀ ਕ੍ਰਾਂਤੀ ਲੈ ਕੇ ਆਂਦੀ। It is mainly due to the hard work of the Punjabis that India is no longer a poor country but a developing nation। ਇਹ ਸਿਰਫ ਪੰਜਾਬੀਆਂ ਦੀ ਮਿਹਨਤ ਕਰਕੇ ਹੀ ਹੈ ਕਿ ਇੰਡੀਆ ਹੁਣ ਹੋਰ ਜ਼ਿਆਦਾ ਗਰੀਬ ਕੰਟਰੀ ਨਹੀਂ ਹੈ ਬਲਕਿ ਇਹ ਇੱਕ ਉન્નਤਸ਼ੀਲ ਰਾਜ ਹੈ। Sir, wasn't Punjab further divided when the state of Haryana was carved out of it? Asked Raju। ਰਾਜੂ ਨੇ ਪੁੱਛਿਆ ਕਿ ਸਰ ਕਿ ਪੰਜਾਬ ਅੱਗੋਂ ਫਿਰ ਡਿਵਾਈਡ ਹੋ ਗਿਆ ਸੀ ਜਦੋਂ ਉਹਦੇ ਵਿੱਚੋਂ ਹਰਿਆਣਾ ਨਿਕਲਿਆ। You are right, ਰਾਜੂ। ਤੂੰ ਠੀਕ ਹੈ ਰਾਜੂ। In 1966 1966 ਵਿੱਚ the state of Punjab was reorganized on the basis of Punjabi and Hindi languages। 1966 ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਫਿਰ ਵੰਡ ਹੋਈ। Some of the hilly areas of Punjab like Lahore, Spiti, the valleys of Kulu and Manali, Kangra, Dalhousie and Shimla were integrated with Himachal Pradesh। ਪੰਜਾਬ ਦੇ ਹੀ ਕੁਝ ਪਹਾੜੀ ਸਥਾਨ ਜਿਵੇਂ ਲਾਹੌਲ, ਸਪੀਤੀ, ਕੁੱਲੂ ਮਨਾਲੀ ਦੀਆਂ ਵਾਦੀਆਂ, ਕਾਂਗੜਾ, ਡਲਹੌਜ਼ੀ ਅਤੇ ਸ਼ਿਮਲਾ ਇਹ ਹਿਮਾਚਲ ਪ੍ਰਦੇਸ਼ ਵਿੱਚ ਮਿਲਾ ਲਏ ਗਏ। ਚੰਡੀਗੜ੍ਹ was made the joint capital of both Punjab and Haryana।
ਚੰਡੀਗੜ੍ਹ ਨੂੰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾ ਲਿਆ ਗਿਆ। ਇਟ ਵਾਜ਼ ਡਿਕਲੇਅਰਡ ਅ ਯੂਨੀਅਨ ਟੈਰੀਟਰੀ। ਇਸ ਨੂੰ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ। ਦਾ ਰੀਆਰਗੇਨਾਈਜ਼ਡ ਪੰਜਾਬ ਕੇਮ ਇਨਟੂ ਬੀਇੰਗ ਇਨ ਨਵੰਬਰ 1966। ਦੁਬਾਰਾ ਸੰਗਠਿਤ ਹੋਇਆ ਪੰਜਾਬ ਨਵੰਬਰ 1966 ਵਿੱਚ ਹੋਂਦ ਵਿੱਚ ਆਇਆ। ਨਾਓ ਇਟ ਹੈਜ਼ ਪਾਕਿਸਤਾਨ ਔਨ ਦਾ ਵੈਸਟ। ਹੁਣ ਇਹਦੇ ਪੱਛਮ ਵਿੱਚ ਪਾਕਿਸਤਾਨ ਹੈ। ਜੰਮੂ ਐਂਡ ਕਸ਼ਮੀਰ ਔਨ ਦਾ ਨਾਰਥ। ਉੱਤਰ ਵਿੱਚ ਜੰਮੂ ਐਂਡ ਕਸ਼ਮੀਰ ਹੈ। ਹਿਮਾਚਲ ਪ੍ਰਦੇਸ਼ ਔਨ ਦਾ ਨਾਰਥ ਈਸਟ। ਉੱਤਰ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਹੈ। ਐਂਡ ਔਨ ਦਾ ਸਾਊਥ ਇਟ ਹੈਜ਼ ਹਰਿਆਣਾ ਐਂਡ ਰਾਜਸਥਾਨ। ਅਤੇ ਇਸ ਦੇ ਦੱਖਣ ਵਿੱਚ ਹਰਿਆਣਾ ਅਤੇ ਰਾਜਸਥਾਨ ਹੈ। ਸਰ ਹੇਅਰ ਇਜ਼ ਅ ਮਾਡਲ ਆਫ ਅ ਡੈਮ। ਸਰ ਇੱਥੇ ਇੱਕ ਡੈਮ ਦਾ ਮਾਡਲ ਹੈ। ਆਈ ਥਿੰਕ ਇਟ ਇਜ਼ ਦ ਫੇਮਸ ਭਾਖੜਾ ਡੈਮ, ਸੈਡ ਰਾਜੂ। ਰਾਜੂ ਨੇ ਕਿਹਾ ਕਿ ਮੈਨੂੰ ਲੱਗਦਾ ਇਹ ਉਹੀ ਮਸ਼ਹੂਰ ਭਾਖੜਾ ਡੈਮ ਹੈ। ਯੂ ਆਰ ਰਾਈਟ ਰਾਜੂ। ਰਾਜੂ ਤੂੰ ਠੀਕ ਹੈ, ਸੈਡ ਮਿਸਟਰ ਮੈਥਿਊ। ਮਿਸਟਰ ਮੈਥਿਊ ਨੇ ਕਿਹਾ ਦਿਸ ਡੈਮ ਇਜ਼ 740 ਫੀਟ ਹਾਈ। ਇਹ 740 ਫੁੱਟ ਉੱਚਾ ਹੈ। ਇਟਸ ਲੈਂਥ ਇਜ਼ 518 ਮੀਟਰਸ। ਇਸ ਦੀ ਲੰਬਾਈ 518 ਮੀਟਰ ਹੈ। ਐਂਡ ਇਟ ਇਜ਼ 9 ਮੀਟਰਸ ਬ੍ਰੋਡ। ਅਤੇ ਇਹ 9 ਮੀਟਰ ਚੌੜਾ ਹੈ। ਇਟਸ ਰੈਜ਼ਰਵੇਅਰ। ਰੈਜ਼ਰਵੇਅਰ ਹੁੰਦਾ ਟੈਂਕ ਜਿਹਦੇ ਚ ਪਾਣੀ ਸਟੋਰ ਹੁੰਦਾ, ਜਿਹਨੂੰ ਅਸੀਂ ਝੀਲ ਵੀ ਕਹਿ ਦਿੰਦੇ ਹਾਂ। ਓਕੇ, ਇਟਸ ਰੈਜ਼ਰਵੇਅਰ ਨੋਨ ਐਜ਼ ਗੋਬਿੰਦ ਸਾਗਰ ਸਟੋਰਸ ਅਪ ਟੂ 9 ਬਿਲੀਅਨ ਕਿਊਬਿਕ ਮੀਟਰਸ ਆਫ ਵਾਟਰ। ਇਸ ਦੀ ਝੀਲ ਗੋਬਿੰਦ ਸਾਗਰ ਦੇ ਨਾਮ ਨਾਲ ਜਾਣੀ ਜਾਂਦੀ ਹੈ, ਜਿਸ ਵਿੱਚ 9 ਬਿਲੀਅਨ ਕਿਊਬਿਕ ਮੀਟਰ ਪਾਣੀ ਸਟੋਰ ਹੋ ਜਾਂਦਾ ਹੈ। ਇਟ ਇਜ਼ ਯੂਜ਼ਡ ਫॉर ਇਰੀਗੇਟਿੰਗ 10 ਮਿਲੀਅਨ ਏਕੜਸ ਆਫ ਫੀਲਡਸ ਇਨ ਹਿਮਾਚਲ ਪ੍ਰਦੇਸ਼, ਪੰਜਾਬ ਐਂਡ ਹਰਿਆਣਾ। ਇਹ ਪਾਣੀ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੀ 10 ਮਿਲੀਅਨ ਏਕੜ ਜ਼ਮੀਨ ਨੂੰ ਸਿੰਜਾਈ ਕਰਨ ਵਿੱਚ ਯੂਜ਼ ਹੁੰਦਾ ਹੈ, ਲਾਭਕਾਰੀ ਹੁੰਦਾ ਹੈ। The electricity generated in the powerhouses at Bhakra and Nangal is supplied to the states of Himachal Pradesh, Punjab, Haryana, Rajasthan and Gujarat। ਭਾਖੜਾ ਅਤੇ ਨੰਗਲ ਦੇ ਬਿਜਲੀ ਘਰਾਂ ਵਿੱਚ ਪੈਦਾ ਹੋਈ ਬਿਜਲੀ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਨੂੰ ਸਪਲਾਈ ਕੀਤੀ ਜਾਂਦੀ ਹੈ। ਪੰਡਤ ਨਹਿਰੂ called ਭਾਖੜਾ ਡੈਮ ਦਾ ਟੈਂਪਲ ਆਫ ਮਾਡਰਨ ਇੰਡੀਆ। ਪੰਡਤ ਨਹਿਰੂ ਨੇ ਭਾਖੜਾ ਡੈਮ ਨੂੰ ਆਧੁਨਿਕ ਭਾਰਤ ਦਾ ਮੰਦਿਰ ਕਿਹਾ। Sir, I can hear the melodious strains of Gurbani. Strains ਹੁੰਦੀਆਂ ਧੁਨਾਂ, composition, okay? Sir, ਮੈਂ ਗੁਰਬਾਣੀ ਦੀਆਂ ਮਧੁਰ ਧੁਨਾਂ ਸੁਣ ਸਕਦਾ ਹਾਂ। There must be a ਗੁਰਦੁਆਰਾ nearby, said Vicky. Vicky ਨੇ ਕਿਹਾ ਕਿ ਇੱਥੇ ਨੇੜੇ ਤੇੜੇ ਕੋਈ ਨਾ ਕੋਈ ਗੁਰਦੁਆਰਾ ਜ਼ਰੂਰ ਹੋਏਗਾ। Well, we are near the Golden Temple of Amritsar. ਹਾਂ ਠੀਕ ਹੈ, ਅਸੀਂ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਬਿਲਕੁਲ ਨੇੜੇ ਹਾਂ। It is the holiest shrine of the Sikhs. ਇਹ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ, said Mr. Matthew. Mr. Matthew ਨੇ ਕਿਹਾ, Sir, they say this temple is surrounded by water. Sir, ਲੋਕੀ ਕਹਿੰਦੇ ਹਨ ਕਿ ਇਹ ਗੁਰਦੁਆਰਾ ਚਾਰੇ ਪਾਸਿਓਂ ਪਾਣੀ ਦੇ ਨਾਲ ਘਿਰਿਆ ਹੋਇਆ ਹੈ, said Chintu. Chintu ਨੇ ਕਿਹਾ, Yes, it is built in the middle of a square tank. ਇਹ ਇੱਕ ਵਰਗਾਕਾਰ ਸਰੋਵਰ ਦੇ ਵਿੱਚ ਬਣਿਆ ਹੋਇਆ ਹੈ। To reach the temple there is a 60 meter long marble path. ਗੁਰਦੁਆਰੇ ਤੱਕ ਪਹੁੰਚਣ ਲਈ 60 ਮੀਟਰ ਲੰਬਾ ਸੰਗਮਰਮਰ ਦਾ ਇੱਕ ਰਸਤਾ ਹੈ। This path has marble railings on both sides. ਰੇਲਿੰਗ ਹੁੰਦਾ ਬਨੇਰੇ। ਇਸ ਰਸਤੇ ਦੇ ਦੋਨੋਂ ਪਾਸੇ ਮਾਰਬਲ ਦੇ ਹੀ ਬਨੇਰੇ ਹਨ, ਸੰਗਮਰਮਰ ਦੇ ਪੱਥਰ ਦੇ ਹੀ ਬਨੇਰੇ ਹਨ। The temple is double storied. ਇਹ 2 ਮੰਜ਼ਿਲਾ ਗੁਰਦੁਆਰਾ ਹੈ। It has a golden dome on the top. ਇਸ ਦੇ ਉੱਤੇ ਇੱਕ ਸੁਨਹਿਰੀ ਗੁੰਬਦ ਹੈ। The marble slabs used in the construction of the temple have on them fine artistic engravings. ਇਸ ਗੁਰਦੁਆਰੇ ਦੇ ਨਿਰਮਾਣ ਵਿੱਚ ਲੱਗੀਆਂ ਸੰਗਮਰਮਰ ਦੀਆਂ ਸਲੈਬਾਂ ਉੱਤੇ ਬਹੁਤ ਕਲਾਤਮਕ ਨਕਾਸ਼ੀਆਂ ਕੀਤੀਆਂ ਗਈਆਂ ਹਨ। The inner walls are decorated with precious stones. ਅੰਦਰਲੀਆਂ ਦੀਵਾਰਾਂ ਵੀ ਬਹੁਤ ਕੀਮਤੀ ਨਗਾਂ ਦੇ ਨਾਲ ਸੁਸੱਜਿਤ ਹਨ। They have on them priceless paintings and other works of art. ਉਹਨਾਂ ਉੱਤੇ ਵੀ
ਬਹੁਤ ਹੀ ਅਣਮੁੱਲੀ ਚਿੱਤਰਕਾਰੀ ਅਤੇ ਹੋਰ ਕਈ ਤਰ੍ਹਾਂ ਦੀ ਕਲਾ ਦੇ ਕੰਮ ਦਾ ਮੁਜ਼ਾਹਰਾ ਕੀਤਾ ਹੋਇਆ ਹੈ। ਔਨ ਦਾ ਗਰਾਊਂਡ ਫਲੋਰ ਉੱਤੇ ਅੰਡਰ ਦਾ ਡੋਮ ਸ਼ੇਪਡ ਰੂਫ, ਗੁੰਬਦ ਨੁਮਾ ਰੂਫ ਦੇ ਥੱਲੇ ਲਾਈਜ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਟ ਇਜ਼ ਦਾ ਹੋਲੀ ਬੁੱਕ ਆਫ ਦਾ ਸਿੱਖਸ, ਇਹ ਸਿੱਖਾਂ ਦੇ ਪਵਿੱਤਰ ਗ੍ਰੰਥ ਹਨ। ਡੂ ਯੂ ਨੋ ਇਟ ਵਾਸ ਸ੍ਰੀ ਗੁਰੂ ਅਰਜਨ ਦੇਵ ਦਾ 5th ਗੁਰੂ ਆਫ ਦਾ ਸਿੱਖਸ ਹੂ ਕੰਪਾਈਲਡ ਦਿਸ ਹੋਲੀ ਬੁੱਕ। ਕੀ ਤੁਸੀਂ ਜਾਣਦੇ ਹੋ ਕਿ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਸਨ, ਸਿੱਖਾਂ ਦੇ 5ਵੇਂ ਗੁਰੂ, ਜਿਨ੍ਹਾਂ ਨੇ ਇਸ ਪਵਿੱਤਰ ਗ੍ਰੰਥ ਦੀ ਸੰਪਾਦਨਾ ਕੀਤੀ ਸੀ। ਅਨੰਦਪੁਰ ਸਾਹਿਬ ਇਜ਼ ਅਨਦਰ ਪਲੇਸ ਆਫ ਸਿੱਖ ਪਿਲਗ੍ਰਿਮੇਜ। ਅਨੰਦਪੁਰ ਸਾਹਿਬ ਵੀ ਸਿੱਖਾਂ ਦਾ ਇੱਕ ਹੋਰ ਤੀਰਥ ਸਥਾਨ ਹੈ, ਧਾਰਮਿਕ ਅਸਥਾਨ ਹੈ। ਇਟ ਇਜ਼ ਅ ਸਮਾਲ ਟਾਊਨ ਔਨ ਦਾ ਲੈਫਟ ਬੈਂਕ ਆਫ ਦਾ ਸਤਲੁਜ ਰਿਵਰ। ਇਹ ਇੱਕ ਛੋਟਾ ਇਲਾਕਾ ਹੈ ਜੋ ਸਤਲੁਜ ਦਰਿਆ ਦੇ ਖੱਬੇ ਕੰਢੇ ਤੇ ਸਥਿਤ ਹੈ। ਇਟ ਵਾਸ ਫਾਊਂਡਡ ਬਾਈ ਸ੍ਰੀ ਗੁਰੂ ਤੇਗ ਬਹਾਦਰ। ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਸਥਾਪਿਤ ਕੀਤਾ ਗਿਆ। Lakhs of Sikhs gather here annually to celebrate the founding of the Khalsa by Guru Gobind Singh in 1699। ਲੱਖਾਂ ਹੀ ਸਿੱਖ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਵਿੱਚ ਖਾਲਸਾ ਸਥਾਪਨਾ ਦਿਵਸ ਮਨਾਉਣ ਲਈ ਇਕੱਠੇ ਹੁੰਦੇ ਹਨ। ਸਰ ਲੁੱਕ ਹੇਅਰ, ਸਰ ਇੱਥੇ ਦੇਖੋ। This is the model of a beautifully planned city। ਇਹ ਇੱਕ ਬਹੁਤ ਹੀ ਵਧੀਆ planned city ਦਾ ਮਾਡਲ ਹੈ। It has a number of gardens। ਇਹਦੇ ਵਿੱਚ ਤਾਂ ਕਿੰਨੇ ਸਾਰੇ ਬਾਗ ਹਨ। Isn't this ਚੰਡੀਗੜ੍ਹ? ਕੀ ਇਹ ਚੰਡੀਗੜ੍ਹ ਨਹੀਂ ਹੈ? Asked ਰਾਜੂ ਨੇ ਪੁੱਛਿਆ। Yes, this is ਚੰਡੀਗੜ੍ਹ। ਹਾਂ ਇਹ ਚੰਡੀਗੜ੍ਹ ਹੈ। This beautiful city is situated at the foot of the Shivalik Hills। ਇਹ ਸੁੰਦਰ ਸ਼ਹਿਰ ਸ਼ਿਵਾਲਿਕ ਪਹਾੜੀਆਂ ਦੇ ਕਦਮਾਂ ਵਿੱਚ ਸਥਿਤ ਹੈ। ਇਟ ਵਾਸ ਡਿਜ਼ਾਈਨਡ ਬਾਈ ਅ ਫੇਮਸ ਫ੍ਰੈਂਚ ਆਰਕੀਟੈਕਟ। ਇਸ ਨੂੰ ਇੱਕ ਮਸ਼ਹੂਰ ਫ੍ਰੈਂਚ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਸੀ, ਉਹਦਾ ਨਾਮ ਸੀ ਲੀ ਕੋਰਬੂਜ਼ਰ। ਬੀਇੰਗ ਵੈਰੀ ਕਲੋਜ਼ ਟੂ ਦਾ ਹਿਲਸ, ਪਹਾੜੀਆਂ ਦੇ ਕਾਫੀ ਨੇੜੇ ਹੁੰਦੇ ਹੋਏ ਚੰਡੀਗੜ੍ਹ ਹੈਜ਼ ਅ ਕਾਮ ਐਂਡ ਪਲੇਜ਼ੈਂਟ ਐਟਮੋਸਫੀਅਰ। ਚੰਡੀਗੜ੍ਹ ਦਾ ਵਾਤਾਵਰਣ ਬਹੁਤ ਹੀ ਸ਼ਾਂਤ ਅਤੇ ਸੁਹਾਵਣਾ ਹੈ। ਦ ਰੋਜ਼ ਗਾਰਡਨਸ ਆਫ ਚੰਡੀਗੜ੍ਹ ਆਰ ਵਰਲਡ ਫੇਮਸ। ਚੰਡੀਗੜ੍ਹ ਦੇ ਗੁਲਾਬਾਂ ਦੇ ਬਾਗ ਸੰਸਾਰ ਪ੍ਰਸਿੱਧ ਹਨ। The city was formally declared open in October 1953 by the then President of India, Dr. Rajinder Prasad। ਚੰਡੀਗੜ੍ਹ ਸ਼ਹਿਰ ਨੂੰ ਰਸਮੀ ਤੌਰ ਤੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ 1953 ਵਿੱਚ, ਉਸ ਵੇਲੇ ਦੇ ਇੰਡੀਆ ਦੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਦੁਆਰਾ। Sir, there are some shops here that sell sports goods। ਸਰ ਇੱਥੇ ਕੁਝ ਦੁਕਾਨਾਂ ਦਿਖਾਈ ਦੇ ਰਹੀਆਂ ਹਨ ਜਿਹੜੀਆਂ ਕਿ ਖੇਡਾਂ ਦਾ ਸਮਾਨ ਵੇਚਦੀਆਂ ਹਨ। I would like to buy a cricket bat and a ball, said Vicky। ਮੈਂ ਇੱਥੋਂ ਬੈਟ ਅਤੇ ਬਾਲ ਲੈਣਾ ਪਸੰਦ ਕਰਾਂਗਾ, ਵਿਕੀ ਨੇ ਕਿਹਾ। But before you buy, could you tell me which city in Punjab produces these goods? asked Mr. Matthew। ਪਰ ਇਸ ਤੋਂ ਪਹਿਲਾਂ ਕਿ ਤੂੰ ਇਹ ਸਮਾਨ ਖਰੀਦੇ, ਕੀ ਤੂੰ ਮੈਨੂੰ ਦੱਸ ਸਕਦਾ ਹੈ ਕਿ ਪੰਜਾਬ ਦੀ ਕਿਹੜੀ ਸਿਟੀ ਖੇਡਾਂ ਦਾ ਸਮਾਨ ਬਣਾਉਂਦੀ ਹੈ? ਮਿਸਟਰ ਮੈਥਿਊ ਨੇ ਪੁੱਛਿਆ। No sir, replied Vicky। ਵਿਕੀ ਨੇ ਕਿਹਾ, ਨਹੀਂ ਸਰ। Well, it is ਜਲੰਧਰ। ਖੈਰ ਉਹ ਹੈ ਜਲੰਧਰ, said Mr. Matthew। Mr. Matthew ਨੇ ਕਿਹਾ, it is one of the most important centers for the production of sports goods in the country। ਇਹ ਦੇਸ਼ ਦੇ ਖੇਡਾਂ ਦੇ ਸਮਾਨ ਬਣਾਉਣ ਵਾਲੇ ਕੇਂਦਰਾਂ ਵਿੱਚੋਂ ਇੱਕ ਸਭ ਤੋਂ ਮਸ਼ਹੂਰ ਕੇਂਦਰ ਹੈ। The other shop there has woolen hosiery goods। ਤੇ ਦੂਜੀ ਦੁਕਾਨ ਤੇ ਉਨੀ ਹੌਜ਼ਰੀ ਦੀਆਂ ਚੀਜ਼ਾਂ ਹਨ। They are from Ludhiana। ਇਹ ਲੁਧਿਆਣਾ ਤੋਂ ਹਨ। 95% of our hosiery industry is in Ludhiana। ਸਾਡੇ ਦੇਸ਼ ਦੀ 95% ਹੌਜ਼ਰੀ ਇੰਡਸਟਰੀ ਲੁਧਿਆਣਾ ਵਿੱਚ ਹੈ। Would you like to buy some hosiery goods also? ਕੀ ਤੂੰ ਕੁਝ ਹੌਜ਼ਰੀ ਦਾ ਸਮਾਨ ਲੈਣਾ ਵੀ ਪਸੰਦ ਕਰੇਗਾ? No sir, I can't decide which ones to buy। ਨਹੀਂ ਸਰ ਮੈਂ ਫੈਸਲਾ ਨਹੀਂ ਕਰ ਸਕਦਾ ਕਿ ਕਿਹੜੀ ਚੀਜ਼ ਖਰੀਦਣੀ ਹੈ। Such purchases are made by my parents, said Chintu। ਚਿੰਟੂ ਨੇ ਕਿਹਾ, ਇਹੋ ਜੀ ਖਰੀਦੋ ਫਰੋਖਤ ਮੇਰੇ ਮੰਮੀ ਡੈਡੀ ਦੁਆਰਾ ਹੁੰਦੀ ਹੈ, ਮੇਰੇ ਮਾਪਿਆਂ ਦੁਆਰਾ ਹੁੰਦੀ ਹੈ। Well children, you would perhaps like to taste these ਅੰਮ੍ਰਿਤਸਰੀ ਜਲੇਬੀਜ਼। ਖੈਰ ਬੱਚਿਓ, ਤੁਸੀਂ ਅੰਮ੍ਰਿਤਸਰੀ ਜਲੇਬੀ ਖਾਣਾ ਤਾਂ ਜ਼ਰੂਰ ਪਸੰਦ ਕਰੋਗੇ, said Mr. Matthew। Mr. Matthew ਨੇ ਕਿਹਾ। Moving towards sweets shop, ਇੱਕ ਮਠਿਆਈਆਂ ਦੀ ਦੁਕਾਨ ਵੱਲ ਵਧਦੇ ਹੋਏ ਮਿਸਟਰ ਮੈਥਿਊ ਨੇ ਕਿਹਾ। All the children followed him with smiles on their faces। ਸਾਰੇ ਬੱਚੇ ਫਿਰ ਮਿਸਟਰ ਮੈਥਿਊ ਦੇ ਪਿੱਛੇ ਚਲੇ ਗਏ ਮੁਸਕਰਾਉਂਦੇ ਹੋਏ।
Okay, let's do exercise. Match the column with A and B with their antonyms. Antonyms ਕੀ ਹੁੰਦੇ ਨੇ? ਵਿਰੋਧੀ ਸ਼ਬਦ. Exit, exit ਹੁੰਦਾ ਬਾਹਰ ਨਿਕਲਣਾ. Entrance, ਅੰਦਰ ਆਣਾ. Lead ਹੁੰਦਾ ਅਗਵਾਈ ਕਰਨਾ. Follow, ਪਿੱਛਾ ਕਰਨਾ. Raise ਹੁੰਦਾ ਉੱਠਣਾ, ਉੱਪਰ ਨੂੰ. Lower ਯਾਨੀ ਨੀਚੇ ਨੂੰ. Order ਹੁੰਦਾ ਆਰਡਰ ਦੇਣਾ, ਹੁਕਮ ਦੇਣਾ. Request, ਬੇਨਤੀ ਕਰਨੀ. Broad, ਖੁੱਲਾ. Narrow, ਤੰਗ. North, ਉੱਤਰ. South, ਦੱਖਣ. Famous, ਮਸ਼ਹੂਰ. notorious, कुख्यात, बदनाम. succeed, कामयाब. fail, नाकामयाब. freedom, आजादी. slavery, गुलामी. assemble, इकट्ठा करना. disperse, खलेर देना. Activity 3rd. The sentences given below have 2 blanks each. ਹੇਠਾਂ ਲਿਖੇ ਹਰ ਇੱਕ ਵਾਕ ਵਿੱਚ 2 ਖਾਲੀ ਥਾਵਾਂ ਹਨ. 2 words are given in the brackets after each sentence. ਹਰ sentence ਦੇ ਬਾਅਦ 2 words ਦਿੱਤੇ ਹਨ bracket ਵਿੱਚ. Fill in the blanks choosing the correct word from the brackets. ਇਹਨਾਂ ਬ੍ਰੈਕਟ ਵਿੱਚ ਪਏ ਸ਼ਬਦਾਂ ਵਿੱਚੋਂ ਸਹੀ ਸ਼ਬਦ ਦੀ ਚੋਣ ਕਰਕੇ ਇਹਨਾਂ ਨੂੰ ਖਾਲੀ ਥਾਵਾਂ ਵਿੱਚ ਭਰੋ. First, with a dash face, she said, "My purse is dash." With a blank face, she said, "My purse is empty." Dash children have dash hands. Little children have small hands. That dash young man has a dash wife. That handsome young man has a beautiful wife. The weak old man spoke in a feeble voice. The principal of our school is a man of principles. You should live in unity because union is strength. He is a tall man with a round face and a high forehead. Let's do questions answer of lesson 7. The Punjab a glimpse. First, what is special about the Bhangra dance? Bhangra dance is special ਕੀ ਹੈ? Bhangra dance is full of energy. It shows that the people of Punjab are full of vitality and lively spirit. Next, how can you say that the Punjabis are self-respecting people? Answer, the Punjabis are very self-respecting people because they never stretch their hands before anybody to beg. ਪੰਜਾਬੀ ਬੜੇ ਸਹਿਮਾਨ ਵਾਲੇ ਲੋਕ ਹਨ ਕਿਉਂਕਿ ਉਹਨਾਂ ਨੇ ਆਪਣੇ ਹੱਥ ਕਦੀ ਵੀ ਭੀਖ ਮੰਗਣ ਲਈ ਕਿਸੇ ਅੱਗੇ ਨਹੀਂ ਫੈਲਾਏ. What was Punjab's role in the struggle for India's independence? ਇੰਡੀਆ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬ ਦਾ ਕੀ ਯੋਗਦਾਨ ਸੀ? During the struggle for India's independence, ਇੰਡੀਆ ਦੀ ਆਜ਼ਾਦੀ ਦੀ ਲੜਾਈ ਦੇ ਦੌਰਾਨ ਪੰਜਾਬ gave the country great heroes. ਪੰਜਾਬ ਨੇ ਦੇਸ਼ ਨੂੰ ਕਈ ਮਹਾਨਾਇਕ ਦਿੱਤੇ like ਲਾਲਾ ਲਾਜਪਤ ਰਾਏ, ਭਗਤ ਸਿੰਘ, ਸੁਖਦੇਵ ਥਾਪਰ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ and many others. ਜਿੱਦਾਂ ਕਿ ਲਾਲਾ ਲਾਜਪਤ ਰਾਏ, ਭਗਤ ਸਿੰਘ, ਸੁਖਦੇਵ ਥਾਪਰ, ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਤੇ ਕਈ ਹੋਰ. All of them, ਉਹਨਾਂ ਸਾਰਿਆਂ ਨੇ sacrificed, ਨਿਛਾਵਰ ਕਰ ਦਿੱਤੇ their lives, ਆਪਣੀਆਂ ਜ਼ਿੰਦਗੀਆਂ for the sake, ਦੀ ਖਾਤਰ of their motherland, ਆਪਣੀ ਮਾਤ ਭੂਮੀ. ਓਕੇ, ਜਿਨ੍ਹਾਂ ਸਾਰਿਆਂ ਨੇ ਆਪਣੀ ਮਾਤ ਭੂਮੀ ਦੀ ਖਾਤਰ ਆਪਣੀਆਂ ਜ਼ਿੰਦਗੀਆਂ ਨਿਛਾਵਰ ਕਰ ਦਿੱਤੀਆਂ. Next, what did General Dyer do at the Jallianwala Bagh in Amritsar? General Dyer ਨੇ ਜਲਿਆਂਵਾਲੇ ਬਾਗ ਅੰਮ੍ਰਿਤਸਰ 'ਚ ਕੀ ਕੀਤਾ? On 13th April 1919, 13 ਅਪ੍ਰੈਲ 1919 ਵੇਲੇ when a crowd of around 20,000 people had gathered for a public meeting at Jallianwala Bagh in Amritsar, ਜਦੋਂ 20,000 ਲੋਕਾਂ ਦੀ ਭੀੜ ਜਲਿਆਂਵਾਲਾ ਬਾਗ ਵਿੱਚ ਇੱਕ ਜਨਤਕ ਮੀਟਿੰਗ ਵਿੱਚ ਭਾਗ ਲੈਣ ਲਈ ਇਕੱਠੀ ਹੋਈ, the British General Dyer opened fire at them. British General Dyer ਨੇ ਉਹਨਾਂ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ and killed more than 1,000 people and wounded around 1,500 ਅਤੇ 1500 ਦੇ ਕਰੀਬ ਜ਼ਖਮੀ ਕਰ ਦਿੱਤੇ. Next, what states have benefited from the ਭਾਖੜਾ ਨੰਗਲ project? ਕਿਹੜੇ ਰਾਜ ਹੈ ਜਿਹੜੇ ਭਾਖੜਾ ਨੰਗਲ ਪ੍ਰੋਜੈਕਟ ਤੋਂ ਫਾਇਦਾ ਲੈ ਰਹੇ ਹਨ? ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ and Gujarat have benefited from the ਭਾਖੜਾ ਨੰਗਲ project. Next, what is the religious importance of Anandpur Sahib? Anandpur Sahib ਦੀ ਧਾਰਮਿਕ ਮਹੱਤਤਾ ਕੀ ਹੈ?
Khalsa Panth was founded by Sri Guru Gobind Singh Ji in April 1699 at Anandpur Sahib. Sri Guru Gobind Singh Ji ਦੁਆਰਾ ਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ। Lakhs of Sikhs gather annually, ਲੱਖਾਂ ਹੀ ਸਿੱਖ ਸਾਲਾਨਾ ਇਕੱਤਰਿਤ ਹੁੰਦੇ ਹਨ at this place, ਇਸ ਜਗ੍ਹਾ ਤੇ to celebrate the founding of the Khalsa, ਖਾਲਸਾ ਦੇ ਸਥਾਪਨਾ ਦਿਵਸ ਨੂੰ ਸੈਲੀਬ੍ਰੇਟ ਕਰਨ ਲਈ। Next, where is Chandigarh situated? ਚੰਡੀਗੜ੍ਹ ਕਿੱਥੇ ਸਥਿਤ ਹੈ? ਚੰਡੀਗੜ੍ਹ is situated at the feet of the Shivalik Hills. ਚੰਡੀਗੜ੍ਹ ਸ਼ਿਵਾਲਿਕ ਹਿਲ ਦੇ ਕਦਮਾਂ ਵਿੱਚ ਸਥਿਤ ਹੈ। What is it known for? ਇਹ ਕਿਹਦੇ ਲਈ ਜਾਣਿਆ ਜਾਂਦਾ ਹੈ? It is known for its rose gardens. ਇਹ ਇੱਥੋਂ ਦੇ rose gardens ਕਰਕੇ ਜਾਣਿਆ ਜਾਂਦਾ ਹੈ। What are ਜਲੰਧਰ and ਲੁਧਿਆਣਾ famous for? ਜਲੰਧਰ ਅਤੇ ਲੁਧਿਆਣਾ ਕਿਸ ਚੀਜ਼ ਲਈ ਮਸ਼ਹੂਰ ਹਨ? ਜਲੰਧਰ is famous for its sports goods and Ludhiana is famous for its woolen hosiery goods. Next, who compiled the Holy Guru Granth Sahib? ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਸਨੇ ਕੀਤੀ? ਸ੍ਰੀ ਗੁਰੂ ਅਰਜਨ ਦੇਵ ਜੀ, the fifth Guru of the Sikhs, compiled the Holy Guru Granth Sahib. Next, what do you know about the holiest shrine of the Sikhs? ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਬਾਰੇ ਤੁਸੀਂ ਕੀ ਜਾਣਦੇ ਹੋ? The Golden Temple of Amritsar is the holiest shrine of the Sikhs. It is surrounded by the water. What do you know about Anandpur Sahib? Anandpur Sahib ਬਾਰੇ ਤੁਸੀਂ ਕੀ ਜਾਣਦੇ ਹੋ? Anandpur Sahib was founded by Sri Guru Tegh Bahadur Ji. ਅਨੰਦਪੁਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਹੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਾਊਂਡਡ ਦਾ ਖਾਲਸਾ ਹੇਅਰ in 1699. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ 1699 ਵਿੱਚ ਖਾਲਸਾ ਦੀ ਸਥਾਪਨਾ ਕੀਤੀ। How have the walls of the Golden Temple been decorated? ਗੋਲਡਨ ਟੈਂਪਲ ਦੀਆਂ ਦੀਵਾਰਾਂ ਕਿਸ ਤਰ੍ਹਾਂ ਸਜਾਈਆਂ ਗਈਆਂ? The walls of the Golden Temple have been decorated with precious stones. ਗੋਲਡਨ ਟੈਂਪਲ ਦੀਆਂ ਦੀਵਾਰਾਂ ਬਹੁਤ ਹੀ ਕੀਮਤੀ ਨਗਾਂ ਦੇ ਨਾਲ ਸਜਾਈਆਂ ਗਈਆਂ। They have on them paintings and other works of art. ਉਹਨਾਂ ਉੱਤੇ ਪੇਂਟਿੰਗਸ ਅਤੇ ਹੋਰ ਕਈ ਤਰ੍ਹਾਂ ਦਾ ਕਲਾ ਦਾ ਕੰਮ ਵੀ ਹੋਇਆ। Put a tick or a cross for each statement. ਹਰ ਇੱਕ ਸਟੇਟਮੈਂਟ ਲਈ ਜਾਂ ਤਾਂ ਠੀਕ ਦਾ ਨਿਸ਼ਾਨ ਲਗਾਓ ਜਾਂ ਗਲਤ ਦਾ। First, General Dyer lived in ਜਲਿਆਂਵਾਲਾ ਬਾਗ। General Dyer ਜਲਿਆਂਵਾਲੇ ਬਾਗ ਵਿੱਚ ਰਹਿੰਦਾ ਸੀ। False. Lee Corbusier was a great Indian architect. False. ਉਹ French architect ਸੀ। Bhagat Singh was hanged on 13th April 1919. False. The Golden Temple has a tank all around it. True. India became an independent country in 1947. True. The Punjabis have faced many foreign invasions. True. Guru Gobind Singh founded the Khalsa in 1669. False. Ki si 1699. Lala Lajpat Rai is known as Shaheed-e-Azam of India. False. The Bhakhda Dam is 518 feet high and 740 feet wide. False. 50% of India's hosiery industry is in Ludhiana. False. 95 ਸੀ ਹੈ ਨਾ। Dr. Rajendra Prasad was the President of India in 1953. True. Chandigarh is situated on the left bank of the Satluj River. False. ਉਹ ਸੀ ਅਨੰਦਪੁਰ ਸਾਹਿਬ। ਨੈਕਸਟ, ਹੁਣ ਆਪਸ਼ਨਸ ਦਿੱਤੀਆਂ ਹੋਈਆਂ। ਰਾਈਟ ਆਪਸ਼ਨ ਤੇ ਟਿਕ ਦਾ ਨਿਸ਼ਾਨ ਲਗਾਉਣਾ। ਫਰਸਟ, the incident of Jallianwala Bagh happened in A 1919. Second, the reorganization of Punjab took place in 1966. 1966 ਵਿੱਚ ਪੰਜਾਬ ਦੁਆਰਾ ਬਣਿਆ। Third, Kullu and Manali are parts of B Himachal Pradesh. Fourth, Sri Guru Arjan Dev was dash of the Sikhs, the fifth Guru of the Sikhs. Grammar part. ਉਹਦੇ ਵਿੱਚ ਅਸੀਂ ਕਰਾਂਗੇ ਸਬਜੈਕਟ ਵਰਬ ਅਗਰੀਮੈਂਟ। ਸਬਜੈਕਟ ਕੀ ਹੁੰਦਾ, ਵਰਬ ਕੀ ਹੁੰਦਾ ਤੇ ਦੋਨਾਂ ਦੇ ਵਿੱਚ ਅਗਰੀਮੈਂਟ ਕੀ ਹੋਇਆ, ਸਮਝੌਤਾ ਕੀ ਹੈ ਕਿ ਕਿਸ ਹਿਸਾਬ ਨਾਲ ਦੋਨੋਂ ਇੱਕ ਸੈਂਟੈਂਸ ਦੇ ਵਿੱਚ ਨਿਵਾਸ ਕਰਦੇ ਹਨ, ਰਹਿੰਦੇ ਹਨ। ਉਸ ਅਗਰੀਮੈਂਟ ਨੂੰ ਸਮਝਾਂਗੇ ਕਿ ਕੌਣ ਪਹਿਲੇ ਆਂਦਾ, ਕੌਣ ਬਾਅਦ ਚੋਂ ਆਂਦਾ, ਕਿਸ ਤਰ੍ਹਾਂ ਜੇ ਸਬਜੈਕਟ ਬਦਲ ਜਾਵੇ ਤਾਂ ਵਰਬ ਵੀ ਬਦਲ ਜਾਂਦਾ ਹੈ, ਕਿਸ ਤਰ੍ਹਾਂ ਇਹ ਇੱਕ ਵਾਕ ਬਣਾਉਣ ਲਈ, ਇੱਕ ਸੈਂਟੈਂਸ ਬਣਾਉਣ ਲਈ ਇੱਕ ਦੂਜੇ ਤੇ ਨਿਰਭਰ ਕਰਦੇ ਹਨ। ਉਸ ਅਗਰੀਮੈਂਟ ਨੂੰ ਅਸੀਂ ਅਗਲੀਆਂ ਐਗਜ਼ਾਮਪਲਸ ਦੇ ਵਿੱਚ ਸਮਝਾਂਗੇ। ਲੈਟਸ ਸਟਾਰਟ। ਸੋ ਫਸਟ ਕੀ ਹੈ, ਅ ਵਰਬ ਮਸਟ ਅਗਰੀ ਵਿਦ ਇਟਸ ਸਬਜੈਕਟ, number and person. That is, when the subject is singular, the verb must also be singular. When the subject is plural, the verb must be plural.
ਸੋ ਇਨ ਥੀਸ ਲਾਈਨਸ ਇਹ ਕਹਿਣ ਦਾ ਯਤਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਵਰਬ ਸਬਜੈਕਟ ਦੇ ਚੇਂਜ ਹੋਣ ਨਾਲ, ਨੰਬਰਸ ਦੇ ਚੇਂਜ ਹੋਣ ਨਾਲ ਤੇ ਪਰਸਨ ਦੇ ਚੇਂਜ ਹੋਣ ਦੇ ਨਾਲ ਇਹ ਬਦਲ ਜਾਂਦਾ ਹੈ। ਜੇ ਸਿੰਗੂਲਰ ਹੋਏ ਤਾਂ ਵਰਬ ਵੀ ਸਿੰਗੂਲਰ, ਤੇ ਜੇ ਸਾਡਾ ਸਬਜੈਕਟ ਪਲੂਰਲ ਹੋਏ ਤਾਂ ਵਰਬ ਵੀ ਪਲੂਰਲ ਹੋ ਜਾਂਦੇ ਹਨ। ਆਓ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਪਲਸ ਦੇ ਥਰੂ ਸਮਝੀਏ ਤਾਂ ਕਿ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਜਾਏ। ਸੋ ਫਸਟ ਹੈ ਹੀ ਪਲੇਜ਼ ਕ੍ਰਿਕਟ। ਹੁਣ ਹੀ ਕੀ ਹੈ? ਸਿੰਗੂਲਰ, ਤੇ ਤੀਸਰਾ ਬੰਦਾ ਮੈਂ ਵੀ ਨਹੀਂ, ਤੂੰ ਵੀ ਨਹੀਂ, ਉਹ। ਠੀਕ ਹੈ, ਤੀਸਰਾ ਬੰਦਾ ਜਦੋਂ ਹੋਵੇ ਉਦੋਂ ਅਸੀਂ ਕੀ ਚੇਂਜ ਕੀਤੀ ਵਰਬ ਦੇ ਨਾਲ? ਸੋ ਵਰਬ ਸੀ ਪਲੇ, ਖੇਡਣਾ, ਤੇ ਚੇਂਜ ਕੀ ਆ ਗਈ? ਉਹਦੇ ਨਾਲ ਐਸ ਲੱਗ ਗਿਆ ਜਦੋਂ ਸਬਜੈਕਟ ਚੇਂਜ ਹੋਇਆ। ਸਬਜੈਕਟ ਕੌਣ ਹੈ? ਹੀ, ਯਾਨੀ ਕੰਮ ਕਰਨ ਵਾਲਾ, ਉਹ ਖੇਡਦਾ ਹੈ ਕ੍ਰਿਕਟ। ਸੈਕਿੰਡ ਦੇ, ਹੁਣ ਸਬਜੈਕਟ ਕੌਣ ਹੋ ਗਏ? ਯਾਨੀ ਕੰਮ ਕਰਨ ਵਾਲੇ ਕੌਣ ਹੋ ਗਏ? ਜ਼ਿਆਦਾ ਜਣੇ। ਪਹਿਲਾਂ ਤਾਂ ਇਕੱਲਾ ਸੀ ਹੀ, ਹੁਣ ਸਬਜੈਕਟ ਅਸੀਂ ਚੇਂਜ ਕਰਤਾ, ਯਾਨੀ ਸਿੰਗੂਲਰ ਦੀ ਜਗ੍ਹਾ ਪਲੂਰਲ ਕਰਤਾ। ਠੀਕ ਹੈ, ਸੋ ਦੇ ਪਲੇ ਕ੍ਰਿਕਟ। ਹੁਣ ਜ਼ਿਆਦਾ ਜਣੇ ਹੋਏ ਤੇ ਵਰਬ ਵੀ ਚੇਂਜ ਹੋ ਗਿਆ। ਸੋ ਜਿੱਥੇ ਪਹਿਲਾਂ ਸਬਜੈਕਟ ਸਿੰਗੂਲਰ ਸੀ ਤੇ ਵਰਬ ਦੇ ਨਾਲ ਐਸ ਲੱਗ ਗਈ ਸੀ, ਉੱਥੇ ਚੇਂਜਸ ਕੀ ਆਈਆਂ ਕਿ ਸਬਜੈਕਟ ਪਲੂਰਲ ਹੋ ਗਿਆ ਤੇ ਵਰਬ ਦੇ ਨਾਲ ਐਸ ਰਿਮੂਵ ਹੋ ਗਿਆ। ਸੋ ਕੀ ਆਏਗਾ? ਦੇ ਪਲੇ ਕ੍ਰਿਕਟ। ਥਰਡ, I am sad। ਹੁਣ I ਆ ਗਿਆ ਤੇ I ਦੇ ਨਾਲ ਕੀ ਲੱਗ ਗਿਆ? am। ਠੀਕ, ਇਸੇ ਤਰ੍ਹਾਂ ਜਦੋਂ ਜ਼ਿਆਦਾ ਜਣੇ ਹੋਣਗੇ ਤੇ ਉਹਦੇ ਨਾਲ am ਲੱਗੇਗਾ? ਨਹੀਂ, ਉਹਦੇ ਨਾਲ ਕੀ ਲੱਗੇਗਾ? we are sad। ਸੋ I ਦੇ ਨਾਲ am। ਠੀਕ, ਸਬਜੈਕਟ ਚੇਂਜ, ਵਰਬ ਚੇਂਜ। ਸੋ ਇੱਥੇ am ਇੱਕ ਵਰਬ ਹੈ ਤੇ we ਸਬਜੈਕਟ ਚੇਂਜ ਹੋਇਆ, ਵਰਬ ਚੇਂਜ ਕਿਸ ਤਰ੍ਹਾਂ ਹੋ ਗਿਆ? ਆਰ ਲੱਗ ਗਿਆ। ਇਸੇ ਤਰ੍ਹਾਂ ਅ ਗਰਲ, ਇੱਕ ਲੜਕੀ। ਠੀਕ ਹੈ, ਥਰਡ ਪਰਸਨ, ਅ ਗਰਲ is running। so third person singular ਦੇ ਨਾਲ is ਲੱਗ ਗਿਆ। next, girls are running। ਇਹ ਵੀ third person ਹੈ, girls, ਹੈ ਨਾ? ਮੈਂ ਵੀ ਨਹੀਂ ਹਾਂ, ਤੁਸੀਂ ਵੀ ਨਹੀਂ ਹੋ। ਮੈਂ ਕੌਣ ਆ? first person, you second, ਉਹ। ਠੀਕ ਹੈ, ਕੋਈ ਵੀ, ਮੇਰੇ ਤੇ ਤੇਰੇ ਤੋਂ ਬਿਨਾ ਸਾਰੇ third person ਹੈ। ਹੁਣ girls are running। so girls ਇੱਥੇ ਜ਼ਿਆਦਾ ਹੋ ਗਈਆਂ, ਉਹਦੇ ਨਾਲ verb ਕੀ ਚੇਂਜ ਹੋਇਆ? are running। okay, a list of boys was prepared। ਹੁਣ ਇੱਕ ਲਿਸਟ ਪ੍ਰਪੇਅਰ ਕੀਤੀ ਗਈ ਹੈ। ਠੀਕ ਹੈ, ਸੋ ਲਿਸਟ ਕੀ ਹੈ? ਸਿੰਗੂਲਰ, ਪਰ ਇਹ ਕਦੋਂ ਪ੍ਰਪੇਅਰ ਕੀਤੀ ਗਈ ਸੀ? ਪਾਸਟ ਦੇ ਵਿੱਚ। ਸੋ ਇਹਦੇ ਨਾਲ ਕੀ ਲੱਗ ਗਿਆ? was। one of my friends, ਠੀਕ ਹੈ, ਕਿ ਜਿੰਨੇ ਮੇਰੇ ਦੋਸਤ ਹਨ ਉਹਨਾਂ ਵਿੱਚੋਂ ਇੱਕ। ਠੀਕ ਹੈ, ਇਹ ਵੀ ਕੀ ਹੈ? ਸਿੰਗੂਲਰ। has gone to the USA, ਕਿ ਉਹਨਾਂ ਵਿੱਚੋਂ ਇੱਕ USA ਚਲਾ ਗਿਆ ਹੈ। let us look at some more aspects of how the verb should agree with the subject in a sentence। ਆਓ ਹੁਣ ਅਸੀਂ ਕੁਝ ਹੋਰ ਪੱਖ ਦੇਖੀਏ ਕਿ ਕਿਸ ਤਰ੍ਹਾਂ ਇੱਕ verb ਇੱਕ ਸਬਜੈਕਟ ਦੇ ਨਾਲ ਸਮਾਯੋਜਨ ਕਰਕੇ ਉਸ ਸੈਂਟੈਂਸ ਵਿੱਚ ਨਿਵਾਸ ਕਰਦਾ ਹੈ। ਸੋ ਸੈਕਿੰਡ ਕੀ ਹੈ? if the subject consists of two or more singular nouns, ਕਿ ਜੇ ਇੱਕ ਸਬਜੈਕਟ ਯਾਨੀ ਕੰਮ ਕਰਨ ਵਾਲਾ ਕੋਈ ਵੀ, ਉਹਦੇ ਕੋਲ ਜੇ ਦੋ ਜਾਂ ਦੋ ਤੋਂ ਵੱਧ ਸਿੰਗੂਲਰ ਨਾਊਨਸ ਹੁੰਦੇ ਹਨ ਔਰ ਪ੍ਰੋਨਾਊਨਸ ਜਾਂ ਪ੍ਰੋਨਾਊਨਸ ਹੁੰਦੇ ਹਨ ਜੁਆਇਨਡ ਬਾਈ ਐਂਡ, ਤੇ ਉਸ ਸਬਜੈਕਟ ਵਿੱਚ ਦੋ ਨਾਊਨਸ ਤੇ ਦੋ ਪ੍ਰੋਨਾਊਨਸ ਨੂੰ ਜੋੜਦਾ ਕੌਣ ਹੋਵੇ? ਐਂਡ। ਠੀਕ ਹੈ, ਇਟ ਟੇਕਸ ਅ ਪਲੂਰਲ ਵਰਬ। ਤਾਂ ਇਹਦੇ ਨਾਲ ਪਲੂਰਲ ਵਰਬ ਲੱਗੇਗਾ, ਭਾਵ ਜਿੱਥੇ ਵੀ ਐਂਡ ਲੱਗ ਗਿਆ, ਯਾਨੀ ਮੈਂ ਐਂਡ ਤੂੰ। ਠੀਕ ਹੈ, ਹੀ ਐਂਡ ਯੂ। ਠੀਕ ਹੈ, ਸੋ ਇਸ ਸੈਂਟੈਂਸ ਨੂੰ ਅਸੀਂ ਪਲੂਰਲ ਦੇ ਤੌਰ ਤੇ ਕਾਊਂਟ ਕਰਾਂਗੇ ਕਿ ਇਹਦੇ ਵਿੱਚ ਸਬਜੈਕਟਸ ਦੋ ਹੋ ਗਏ। ਠੀਕ ਹੈ, ਸੋ ਇਹ ਪਲੂਰਲ ਹੋ ਗਿਆ। ਸੋ ਇਹਦੇ ਨਾਲ ਵਰਬ ਵੀ ਪਲੂਰਲ ਦੀ ਤਰ੍ਹਾਂ ਲੱਗੇਗਾ। ਆਓ ਆਪਾਂ ਐਗਜ਼ਾਮਪਲਸ ਦੇਖਦੇ ਹਾਂ। ਇਹ ਹੈ ਜੋਲੀ ਐਂਡ ਜੌਨ were two brothers, ਕਿ ਜੋਲੀ ਅਤੇ ਜੌਨ ਦੋ ਬ੍ਰਦਰਸ ਹਨ। ਠੀਕ ਹੈ, ਸੋ ਇਹ ਐਂਡ ਦੇ ਨਾਲ ਦੋਨੋਂ ਜੁੜੇ ਹੋਏ ਹਨ, ਦੋਨੋਂ ਨਾਉਨ ਜੋਲੀ ਐਂਡ ਜੌਨ, ਤੇ ਪਾਸਟ ਹੈ ਇਸ ਕਰਕੇ ਵਰ ਲੱਗ ਗਿਆ। ਜੇ ਇਕੱਲਾ ਬੰਦਾ ਹੁੰਦਾ ਫਿਰ ਵਾਜ਼ ਲੱਗ ਜਾਣਾ ਸੀ, ਜੋਲੀ ਵਾਜ਼। ਹੁਣ ਜੋਲੀ ਐਂਡ ਜੌਨ were two brothers। second, the poet and the dramatist। ਹੁਣ ਇੱਕ ਪੋਇਟ ਹੈ ਤੇ ਇੱਕ ਡਰਾਮੈਟਿਸਟ ਹੈ, ਯਾਨੀ ਕਵੀ ਅਤੇ ਨਾਟਕਕਾਰ are being honored। ਠੀਕ ਹੈ, two separate persons ਹੈ ਨਾ, ਦੋ ਅਲੱਗ-ਅਲੱਗ ਵਿਅਕਤੀ। ਸੋ ਇਸ ਕਰਕੇ ਪਲੂਰਲ ਹੈ, ਇਸ ਕਰਕੇ ਆ ਲੱਗ ਗਿਆ ਕਿ ਉਹ ਦੋਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਕੋਲਕਾਤਾ, ਮੁੰਬਈ, ਚੇਨਈ ਐਂਡ ਦਿੱਲੀ, ਚਾਰ ਸ਼ਹਿਰ ਪਲੂਰਲ ਹੋ ਗਏ। are the most important cities of India, ਕਿ ਇੰਡੀਆ ਦੇ ਸਭ ਤੋਂ ਮਹੱਤਵਪੂਰਨ ਸ਼ਹਿਰ ਹਨ। D, he and I, ਉਹ ਅਤੇ ਮੈਂ were present, ਅਸੀਂ ਹਾਜ਼ਰ ਸੀ। ਹੁਣ ਇਹਦੇ ਵਿੱਚ ਵੀ ਕੁਝ ਐਕਸੈਪਸ਼ਨਸ ਵੀ ਨੇ। ਐਕਸੈਪਸ਼ਨਸ ਹੁੰਦੀਆਂ ਨੇ ਖਾਸ ਚੀਜ਼ਾਂ, ਸੋ ਉਹ ਖਾਸ ਗੱਲਾਂ ਜਿਹਦੇ 'ਚ ਆਪਾਂ ਕਨਫਿਊਜ਼ ਹੋ ਜਾਂਦੇ ਆ। ਠੀਕ ਹੈ,
ਉਹ ਆਪਾਂ ਦੇਖਾਂਗੇ ਕਿ ਕਿਹੜੀਆਂ-ਕਿਹੜੀਆਂ ਹਨ। ਸੋ ਫਸਟ ਹੈ ਦ ਪੋਇਟ ਐਂਡ ਡਰਾਮੈਟਿਸਟ ਇਜ਼ ਬੀਇੰਗ ਆਨਰਡ। ਹੁਣ ਇੱਥੇ ਇਜ਼ ਲੱਗ ਗਿਆ, ਉੱਪਰ ਆਪਾਂ ਆਰ ਲਗਾਇਆ ਸੀ, ਠੀਕ ਹੈ। ਸੋ ਇੱਥੇ ਕੀ ਕੀਤਾ ਗਿਆ, ਸੇਮ ਪਰਸਨ ਬਾਰੇ ਗੱਲ ਕੀਤੀ ਗਈ ਹੈ ਕਿ ਉਹ ਪੋਇਟ ਵੀ ਹੈ ਤੇ ਡਰਾਮੈਟਿਸਟ ਵੀ ਹੈ, ਇਜ਼ ਬੀਇੰਗ ਆਨਰਡ, ਠੀਕ ਹੈ। ਮੰਨ ਲਓ ਮੈਂ ਟੀਚਰ ਵੀ ਹਾਂ ਤੇ ਮੈਂ ਇੱਕ ਮਿਊਜ਼ੀਸ਼ੀਅਨ ਵੀ ਹਾਂ, ਫਿਰ ਸਟੇਜ ਤੇ ਅਨਾਉਂਸ ਕੀਤਾ ਗਿਆ ਦ ਟੀਚਰ ਐਂਡ ਮਿਊਜ਼ੀਸ਼ੀਅਨ ਇਜ਼ ਬੀਇੰਗ ਆਨਰਡ। ਸੋ ਇੱਥੇ ਵੀ ਉਹੀ ਗੱਲ ਹੈ। ਸੈਕਿੰਡ, ਮਾਈ ਫਰੈਂਡ ਫਿਲੋਸੋਫਰ ਐਂਡ ਗਾਈਡ, ਠੀਕ ਹੈ। ਹੁਣ ਇੱਥੇ ਇੱਕੋ ਫਰੈਂਡ ਬਾਰੇ ਗੱਲ ਕੀਤੀ ਹੈ ਕਿ ਮੇਰਾ ਫਰੈਂਡ ਜੋ ਕਿ ਇੱਕ ਦਾਰਸ਼ਨਿਕ ਹੈ, ਫਿਲੋਸੋਫਰ ਹੈ ਤੇ ਗਾਈਡ ਵੀ ਹੈ, ਯਾਨੀ ਰਾਹ ਦਿਖਾਉਣ ਵਾਲਾ ਵੀ ਹੈ, ਕਿਸੇ ਨੂੰ ਗਾਈਡ ਕਰਨ ਵਾਲਾ ਵੀ ਹੈ। ਵਾਜ਼ ਇਨਵਾਈਟਡ ਟੂ ਪ੍ਰੈਜ਼ਾਈਡ ਓਵਰ ਦ ਫੰਕਸ਼ਨ, ਕਿ ਉਸ ਨੂੰ ਇਸ ਸਮਾਰੋਹ ਦੀ ਪ੍ਰਧਾਨਗੀ ਕਰਨ ਲਈ ਬੁਲਾਇਆ ਗਿਆ, ਠੀਕ ਹੈ। ਸੋ ਇੱਕੋ ਹੀ ਪਰਸਨ ਹੈ ਤੇ ਉਹਦੇ ਦੋ ਅਲੱਗ-ਅਲੱਗ ਗੁਣ ਦੱਸੇ ਕਿ ਉਹ ਫਿਲੋਸੋਫਰ ਵੀ ਹੈ ਤੇ ਉਹ ਗਾਈਡ ਵੀ ਹੈ। ਸੋ ਜੇ ਇੱਥੇ ਵਰ ਲੱਗਿਆ ਹੁੰਦਾ ਤੇ ਫਿਰ ਇੱਕ ਗੱਲ ਕਲੀਅਰ ਸੀ ਕਿ ਮੇਰਾ ਫਰੈਂਡ ਅਲੱਗ ਹੈ, ਫਿਲੋਸੋਫਰ ਅਲੱਗ ਹੈ ਤੇ ਗਾਈਡ ਅਲੱਗ ਹੈ। ਇਹ ਤਿੰਨ ਅਲੱਗ-ਅਲੱਗ ਪਰਸਨਸ ਹਨ ਜਿਨ੍ਹਾਂ ਨੂੰ ਇਸ ਸਮਾਰੋਹ ਦੀ ਪ੍ਰਧਾਨਗੀ ਕਰਨ ਲਈ ਬੁਲਾਇਆ ਗਿਆ ਹੈ। ਸੋ ਤੇ ਵਾਸ ਲੱਗਿਆ ਦਾ ਮਤਲਬ ਇੱਕੋ ਹੀ ਪਰਸਨ ਦੀ ਗੱਲ ਹੋ ਰਹੀ ਹੈ। ਥਰਡ, ਰਾਈਸ ਐਂਡ ਕਰੀ ਇਜ਼ ਹਿਜ਼ ਫੇਵਰੇਟ ਡਿਸ਼। ਸੋ ਇੱਥੇ ਇੱਕ ਡਿਸ਼ ਨੂੰ ਨਾਮ ਦਿੱਤਾ ਕੜੀ ਚਾਵਲ, ਕਿ ਕੜੀ ਚਾਵਲ ਮੇਰੀ ਫੇਵਰੇਟ ਡਿਸ਼ ਹੈ। ਫੋਰਥ, ਸਲੋ ਐਂਡ ਸਟੈਡੀ ਵਿਨਸ ਦ ਰੇਸ। ਸੋ ਇੱਥੇ ਵੀ ਇੱਕੋ ਹੀ ਪਰਸਨ ਦੀ ਗੱਲ ਕੀਤੀ ਗਈ ਹੈ ਕਿ ਉਹ ਪਰਸਨ ਜੋ ਸਲੋਲੀ ਤੇ ਸਟੈਡੀਲੀ ਯਾਨੀ ਹੌਲੀ-ਹੌਲੀ ਤੇ ਲਗਾਤਾਰ ਕੰਮ ਕਰਦਾ ਰਹਿੰਦਾ ਹੈ, ਉਹ ਰੇਸ ਜਿੱਤ ਜਾਂਦਾ ਹੈ, ਭਾਵ ਉਹ ਕਾਮਯਾਬ ਹੋ ਜਾਂਦਾ ਹੈ। ਫਿਫਥ, ਬ੍ਰੈਡ ਐਂਡ ਬਟਰ ਇਜ਼ ਅ ਹੋਲਸਮ ਫੂਡ। ਸੋ ਇੱਥੇ ਵੀ ਇੱਕ ਡਿਸ਼ ਦੀ ਗੱਲ ਕੀਤੀ ਗਈ ਹੈ ਕਿ ਬ੍ਰੈਡ ਤੇ ਬਟਰ ਇੱਕ ਪੋਸ਼ਕ ਭੋਜਨ ਹੈ। ਨੈਕਸਟ, ਇਫ ਟੂ ਸਿੰਗੂਲਰ ਸਬਜੈਕਟਸ ਜੁਆਇਨਡ ਬਾਈ ਐਂਡ ਆਰ ਕੁਆਲੀਫਾਈਡ ਬਾਈ ਈਚ ਔਰ ਐਵਰੀ ਦੇ ਟੇਕ ਅ ਸਿੰਗੂਲਰ ਵਰਬ। ਕਹਿੰਦੇ ਜਿਹੜੇ ਸੈਂਟੈਂਸ ਵਿੱਚ ਕੰਮ ਕਰਨ ਵਾਲੇ ਹੋਣ ਦੋ ਬੰਦੇ, ਚਾਹੇ ਕੋਈ ਵੀ ਹੋਣ, ਭਾਵ ਸਬਜੈਕਟਸ ਦੋ ਹੋਣ ਤੇ ਉਹਨਾਂ ਦੋਵੇਂ ਸਬਜੈਕਟਸ ਦੇ ਨਾਲ ਜਾਂ ਤਾਂ ਈਚ ਲੱਗਿਆ ਹੋਵੇ ਜਾਂ ਐਵਰੀ ਲੱਗਿਆ ਹੋਵੇ, ਤਾਂ ਉਸ ਸੈਂਟੈਂਸ ਨੂੰ ਅਸੀਂ ਐਂਡ ਵਾਂਗ ਟਰੀਟ ਨਹੀਂ ਕਰਾਂਗੇ, ਭਾਵ ਉਹਨਾਂ ਨੂੰ ਪਲੂਰਲ ਨਹੀਂ ਕਾਊਂਟ ਕਰਾਂਗੇ। ਸੋ ਉਹਨਾਂ ਨੂੰ ਅਸੀਂ ਸਿੰਗੂਲਰ ਕਾਊਂਟ ਕਰਾਂਗੇ। ਕਿਸ ਤਰ੍ਹਾਂ, ਐਵਰੀ ਮੈਨ ਹਰ ਇੱਕ ਆਦਮੀ, ਐਂਡ ਐਵਰੀ ਵੂਮਨ ਹਰ ਇੱਕ ਔਰਤ, ਡਿਜ਼ਾਇਰਸ ਹੈਪੀਨੈਸ ਖੁਸ਼ੀ ਚਾਹੁੰਦੀ ਹੈ, ਕਿ ਹਰ ਇੱਕ ਬੰਦਾ ਤੇ ਹਰ ਇੱਕ ਤੀਵੀਂ ਖੁਸ਼ੀ ਚਾਹੁੰਦੀ ਹੈ, ਠੀਕ। ਸੈਕਿੰਡ, ਈਚ ਆਵਰ ਐਂਡ ਈਚ ਮਿਨਟ ਇਜ਼ ਇੰਪੋਰਟੈਂਟ। ਹਰ ਇੱਕ ਘੰਟਾ ਤੇ ਹਰ ਇੱਕ ਮਿੰਟ ਮਹੱਤਵਪੂਰਨ ਹੈ। ਸੋ ਉੱਪਰਲੇ ਸੈਂਟੈਂਸ ਵਿੱਚ ਐਵਰੀ ਲੱਗਿਆ, ਨੀਚੇ ਦੋਨਾਂ ਦੇ ਨਾਲ ਈਚ ਲੱਗਿਆ, ਪਰ ਇਸ ਨੂੰ ਅਸੀਂ ਸਿੰਗੂਲਰ ਕਾਊਂਟ ਕੀਤਾ, ਇਸ ਕਰਕੇ ਨੀਚੇ ਇਜ਼ ਲਗਾਇਆ ਤੇ ਉੱਪਰ ਵਰਬ ਦੇ ਨਾਲ ਐਸ ਲਗਾ ਦਿੱਤਾ, ਡਿਜ਼ਾਇਰ ਦੇ ਨਾਲ ਐਸ ਲਗਾਤਾ। ਕਿਸੇ ਵਰਬ ਦੇ ਨਾਲ ਐਸ ਜਾਂ ਈਐਸ ਉਦੋਂ ਲੱਗਦਾ ਹੈ ਜਦੋਂ ਅਸੀਂ ਥਰਡ ਪਰਸਨ ਦੀ ਗੱਲ ਕਰਦੇ ਹਾਂ ਤੇ ਨਾਲ ਸਿੰਗੂਲਰ ਦੀ ਗੱਲ ਕਰਦੇ ਹਾਂ, ਠੀਕ। ਸੋ ਇੱਥੇ ਆਪਾਂ ਐਵਰੀ ਮੈਨ ਐਂਡ ਐਵਰੀ ਵੂਮਨ ਇਹਨੂੰ ਸਿੰਗੂਲਰ ਟਰੀਟ ਕਰਾਂਗੇ, ਈਚ ਆਵਰ ਐਂਡ ਈਚ ਮਿੰਟ ਇਹਨੂੰ ਵੀ ਅਸੀਂ ਸਿੰਗੂਲਰ ਟਰੀਟ ਕਰਾਂਗੇ। ਥਰਡ, ਸਿੰਗੂਲਰ ਸਬਜੈਕਟਸ ਕਨੈਕਟਡ ਬਾਈ ਔਰ, ਆਈਦਰ or and neither nor are followed by a singular verb. For example, so ਇਹਦੀ pronunciation ਜੇ ਅਮਰੀਕਨ ਕਰੀਏ ਤੇ ਆਪਾਂ ਕਹਾਂਗੇ either or, neither nor, ਤੇ ਜੇ ਬ੍ਰਿਟਿਸ਼ ਕਰੀਏ ਤੇ ਆਪਾਂ ਕਹਾਂਗੇ either or, neither nor। ਸੋ ਜਦੋਂ ਤੁਸੀਂ IELTS ਦੀ ਤਿਆਰੀ ਕਰੋਗੇ ਤਾਂ ਕੋਸ਼ਿਸ਼ ਕਰੋ ਕਿ ਇਸ ਨੂੰ either ਬੋਲਿਆ ਜਾਵੇ, ਕਿਉਂਕਿ ਉਹ ਬ੍ਰਿਟਿਸ਼ ਐਕਸੈਂਟ ਫੋਲੋ ਕਰਦੇ ਹਨ ਜੋ IELTS ਦੇ ਪੇਪਰ ਲੈਂਦੇ ਹਨ। ਸੋ ਇਹਦੇ ਵਿੱਚ ਵੀ ਉਹੀ ਗੱਲ ਕੀਤੀ ਗਈ ਹੈ ਕਿ ਜਿਹੜੇ ਸੈਂਟੈਂਸਿਸ ਦੇ ਵਿੱਚ ਦੋ ਸਬਜੈਕਟਸ ਦੇ ਵਿਚਕਾਰ ਜਦੋਂ ਔਰ ਲੱਗਿਆ ਹੋਵੇ ਜਾਂ ਆਈਦਰ ਔਰ ਲੱਗਿਆ ਹੋਵੇ ਜਾਂ ਨਾਈਦਰ ਨੋਰ ਲੱਗਿਆ ਹੋਵੇ, ਤਾਂ ਉਸ ਸੈਂਟੈਂਸ ਵਿੱਚ ਵੀ ਅਸੀਂ ਦੋਨੋਂ ਸਬਜੈਕਟਸ ਨੂੰ ਇੱਕ ਕਰਕੇ ਮੰਨਣਾ ਹੈ, ਭਾਵ ਇਹਨਾਂ ਨੂੰ ਸਿੰਗੂਲਰ ਸਮਝਣਾ ਹੈ ਤੇ ਵਰਬ ਵੀ ਸਿੰਗੂਲਰ ਹੀ ਲਗਾਉਣਾ ਹੈ। ਜਿਸ ਤਰ੍ਹਾਂ ਨੋ ਪ੍ਰਾਈਜ਼ ਔਰ ਟਰੋਫੀ ਵਾਜ਼ ਗਿਵਨ ਟੂ ਹਿਮ, ਕਿ ਉਸ ਨੂੰ ਕੋਈ ਵੀ ਪ੍ਰਾਈਜ਼ ਜਾਂ ਟਰੋਫੀ ਨਹੀਂ ਦਿੱਤੀ ਗਈ ਸੀ। ਆਈਦਰ ਮਿਨੇਸ਼ ਔਰ ਪ੍ਰਾਗ ਹੈਜ਼ ਵਨ ਦ ਪ੍ਰਾਈਜ਼, ਜਾਂ ਤਾਂ ਮਿਨੇਸ਼ ਜਾਂ ਪ੍ਰਾਗ ਇਨਾਮ ਜਿੱਤੇ ਹਨ। ਨਾਈਦਰ ਸੰਜੀਵ ਨੋਰ ਅਮਿਤ ਹੈਜ਼ ਗੋਨ ਟੂ ਸਕੂਲ ਟੁਡੇ, ਨਾ ਹੀ ਸੰਜੀਵ ਅਤੇ ਨਾ ਹੀ ਅਮਿਤ ਸਕੂਲ ਗਏ ਹਨ। ਸੋ ਜੇ ਇਹ ਪਲੂਰਲ ਹੁੰਦਾ ਤੇ ਹੈਜ਼ ਦੀ ਜਗ੍ਹਾ ਹੈਵ ਲੱਗ ਜਾਣਾ ਸੀ ਤੇ ਵਾਜ਼ ਦੀ ਜਗ੍ਹਾ ਵਰ ਲੱਗ ਜਾਣਾ ਸੀ। Okay, next, when the subjects connected by or nor are of different numbers, the plural subject should be written in the last and it is followed by a plural verb. For example, ਸੋ ਇਹਨਾਂ ਲਾਈਨਾਂ ਵਿੱਚ ਕਿਹਾ ਗਿਆ ਕਿ ਮੰਨ ਲਓ ਕਿਸੇ ਸੈਂਟੈਂਸ ਵਿੱਚ ਜਾਂ ਤਾਂ ਔਰ ਲੱਗਿਆ ਹੋਵੇ ਜਾਂ ਨੋਰ ਦੀ ਵਰਤੋਂ ਕੀਤੀ ਗਈ ਹੋਵੇ ਅਤੇ ਉਸ ਵਿੱਚ ਦੋ ਸਬਜੈਕਟਸ ਹੋਣ, ਇੱਕ ਸਿੰਗੂਲਰ ਹੋਵੇ ਇੱਕ ਪਲੂਰਲ, ਭਾਵ ਇੱਕ ਇਕੱਲਾ ਵਿਅਕਤੀ ਹੋਵੇ ਦੂਜੇ ਪਾਸੇ ਜ਼ਿਆਦਾ ਜਣੇ ਹੋਣ, ਠੀਕ। ਤਾਂ ਅਸੀਂ ਉਸ ਕੇਸ ਦੇ ਵਿੱਚ ਸੈਂਟੈਂਸ ਲਿਖਣ ਵੇਲੇ ਸਭ ਤੋਂ ਪਹਿਲਾਂ ਸਿੰਗੂਲਰ ਵਿਅਕਤੀ ਲਿਖਾਂਗੇ ਤੇ ਸੈਕਿੰਡ ਟਾਈਮ ਪਲੂਰਲ ਵਿਅਕਤੀ ਲਿਖਾਂਗੇ
ਤੇ ਉਹਦੇ ਨਾਲ verb ਜੋ ਹੈ ਉਹ plural ਦੇ ਹਿਸਾਬ ਦੇ ਨਾਲ ਲਗਾਵਾਂਗੇ। ਐਗਜ਼ਾਮਪਲਸ ਦੇਖਦੇ ਹਾਂ, ਸਾਨੂੰ ਹੋਰ ਜ਼ਿਆਦਾ ਕਲੀਅਰ ਹੋਏਗਾ। ਸੋ ਫਸਟ ਕੀ ਹੈ, ਆਈਦਰ ਰਘੂ ਔਰ ਹਿਜ਼ ਪੇਰੈਂਟਸ। ਹੁਣ ਰਘੂ ਕੱਲਾ ਤੇ ਪੇਰੈਂਟਸ ਪਲੂਰਲ ਹੋ ਗਏ, ਸੋ ਅਸੀਂ ਪੇਰੈਂਟਸ ਬਾਅਦ ਚੋਂ ਲਗਾਇਆ। ਸੋ ਆਈਦਰ ਰਘੂ, ਜਾਂ ਤਾਂ ਰਘੂ ਔਰ ਹਿਜ਼ ਪੇਰੈਂਟਸ, ਜਾਂ ਉਸ ਦੇ ਮਾਤਾ ਪਿਤਾ ਆਰ ਟੂ ਬਲੇਮ, ਕਿ ਜਾਂ ਤਾਂ ਰਘੂ ਜਾਂ ਉਸ ਦੇ ਪੇਰੈਂਟਸ ਇਸ ਸਭ ਲਈ ਜ਼ਿੰਮੇਵਾਰ ਹਨ। ਸੈਕਿੰਡ, ਨਾਈਦਰ ਪਾਰੁਲ ਨੋਰ ਹਰ ਫਰੈਂਡਸ, ਨਾ ਹੀ ਪਾਰੁਲ ਅਤੇ ਨਾ ਹੀ ਉਸ ਦੀਆਂ ਸਹੇਲੀਆਂ ਹੈਵ ਜੁਆਇਨਡ ਦ ਕਾਲਜ। ਹੁਣ ਫਰੈਂਡਸ ਜ਼ਿਆਦਾ ਸੀ ਇਸ ਕਰਕੇ ਹੈਵ ਲੱਗ ਗਿਆ। ਸੋ ਨਾ ਤਾਂ ਪਾਰੁਲ ਤੇ ਨਾ ਹੀ ਉਸ ਦੀਆਂ ਫਰੈਂਡਸ ਨੇ ਕਾਲਜ ਜੁਆਇਨ ਕੀਤਾ। C, neither the headmaster nor the teachers were present there, ਨਾ ਤਾਂ ਹੈਡਮਾਸਟਰ ਅਤੇ ਨਾ ਹੀ ਅਧਿਆਪਕ ਉੱਥੇ ਹਾਜ਼ਰ ਸਨ। Next, when the subjects connected by nor or are of different persons, the verb agrees in person with the subject nearest to it. ਫॉर एग्जाम्पल, सो ਇਹਨਾਂ ਲਾਈਨਾਂ ਵਿੱਚ ਕਿਹਾ ਗਿਆ ਕਿ ਮੰਨ ਲਓ ਇੱਕ ਸੈਂਟੈਂਸ ਵਿੱਚ ਦੋ ਸਬਜੈਕਟਸ ਹਨ ਤੇ ਜਦੋਂ ਅਸੀਂ ਵਰਬ ਲਗਾਉਣਾ ਹੈ ਤਾਂ ਦੂਸਰੇ ਸਬਜੈਕਟ ਦੇ ਅਕੋਰਡਿੰਗ ਲਗਾਉਣਾ ਹੈ। ਆਓ ਐਗਜ਼ਾਮਪਲਸ ਦੇਖਦੇ ਹਾਂ। ਨਾਈਦਰ ਯੂ ਨੋਰ ਰੋਜ਼ੀ ਇਜ਼ ਰਿਸਪੌਂਸਿਬਲ ਫॉर ਆਰ ਡਿਫੀਟ, ਕਿ ਨਾ ਹੀ ਤੂੰ ਤੇ ਨਾ ਹੀ ਰੋਜ਼ੀ ਸਾਡੀ ਹਾਰ ਲਈ ਜ਼ਿੰਮੇਵਾਰ ਹਨ। ਹੁਣ ਦੇਖੋ ਪਹਿਲਾ ਸਬਜੈਕਟ ਕੀ ਸੀ, ਯੂ ਦੇ ਨਾਲ ਤਾਂ ਆਰ ਲੱਗਣਾ ਚਾਹੀਦਾ, ਪਰ ਇਜ਼ ਕਿਉਂ ਲੱਗਿਆ? ਕਿਉਂਕਿ ਸੈਕਿੰਡ ਸਬਜੈਕਟ ਜਿਹੜਾ ਸੀ, ਨੀਅਰੈਸਟ ਸਬਜੈਕਟ ਜਿਹੜਾ ਸੀ ਜਿਹਦੇ ਨਾਲ ਵਰਬ ਲੱਗਣਾ ਸੀ, ਉਹ ਕੀ ਸੀ? ਰੋਜ਼ੀ। ਸੋ ਰੋਜ਼ੀ ਦੇ ਨਾਲ ਇਸ ਲੱਗ ਗਿਆ। ਜੇ ਹੁੰਦਾ ਨਾਈਦਰ ਰੋਜ਼ੀ ਨੋਰ ਯੂ, ਫਿਰ ਆਣਾ ਸੀ ਆਰ ਰਿਸਪੌਂਸਿਬਲ ਫॉर ਆਰ ਡਿਫੀਟ, ਕਿਉਂਕਿ ਹੁਣ ਯੂ ਬਾਅਦ ਚੋਂ ਲੱਗਿਆ, ਇਸ ਕਰਕੇ ਯੂ ਦੇ ਨਾਲ ਵਰਬ ਆਰ ਆਏਗਾ। Second, neither you nor Rahul seems to be interested in this plan. Seems ਹੁੰਦਾ ਪ੍ਰਤੀਤ ਹੁੰਦਾ ਹੈ ਕਿ ਨਾ ਤਾਂ ਤੂੰ ਤੇ ਨਾ ਹੀ ਰਾਹੁਲ, ਵੀ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਇਸ ਪਲਾਨ ਵਿੱਚ ਇੰਟਰਸਟਿਡ ਨਹੀਂ ਹੋ। C, neither ਨੀਲੂ nor I, ਠੀਕ ਹੈ। ਹੁਣ ਇੱਥੇ I ਆ ਗਿਆ, ਸੋ I ਦੇ ਨਾਲ has ਨਹੀਂ ਲੱਗਦਾ, ਠੀਕ ਹੈ। ਸੋ I ਦੇ ਨਾਲ ਕੀ ਲੱਗਦਾ? have. ਸੋ neither ਨੀਲੂ nor I have any money to buy a house, ਕਿ ਨਾ ਹੀ ਨੀਲੂ ਕੋਲ ਤੇ ਨਾ ਹੀ ਮੇਰੇ ਕੋਲ ਇੰਨੇ ਪੈਸੇ ਹਨ ਕਿ ਅਸੀਂ ਇਹ ਮਕਾਨ ਖਰੀਦ ਸਕੀਏ। Next, when the subject consists of two nouns or pronouns joined by with or as well as, the verb agrees with the first of them. For example, ਕਹਿੰਦੇ ਜਦੋਂ ਕਿਸੇ ਸੈਂਟੈਂਸ ਦੇ ਵਿੱਚ ਦੋ ਸਬਜੈਕਟਸ ਹੋਣ ਤੇ ਕਿਹਦੇ ਨਾਲ ਜੁੜੇ ਹੋਣ? ਵਿਦ ਦੇ ਨਾਲ, ਜਾਂ ਕਿਹਦੇ ਨਾਲ ਜੁੜੇ ਹੋਣ? ਐਸ ਵੈਲ ਐਸ ਦੇ ਨਾਲ, ਤਾਂ ਵਰਬ ਕਿਹਦੇ ਨਾਲ ਅਗਰੀ ਕਰਦਾ ਹੈ? ਵਰਬ ਕਿਹਦੇ ਨਾਲ ਸਮਝੌਤਾ ਕਰ ਲੈਂਦਾ ਕਿ ਹਾਂ ਕਿ ਜੋ ਤੂੰ ਹੈ ਮੈਂ ਉਸ ਹਿਸਾਬ ਦੇ ਨਾਲ ਲੱਗਾਂਗਾ, ਠੀਕ ਹੈ। ਸੋ ਉਹ ਕਰਦਾ ਹੈ ਇੱਥੇ ਪਹਿਲੇ ਸਬਜੈਕਟ ਦੇ ਹਿਸਾਬ ਦੇ ਨਾਲ। ਆਪਾਂ ਦੇਖਦੇ ਹਾਂ all the students। ਹੁਣ ਸਟੂਡੈਂਟਸ ਕੀ ਨੇ ਇੱਥੇ? ਜ਼ਿਆਦਾ ਜਣੇ। with their teacher, ਆਪਣੇ ਟੀਚਰ ਦੇ ਨਾਲ। were present at the show, ਵਰਬ ਨੇ ਐਗਰੀਮੈਂਟ ਕਿਹਦੇ ਨਾਲ ਕਰ ਲਿਆ? ਸਮਝੌਤਾ ਕਿਹਦੇ ਨਾਲ ਕਰ ਲਿਆ? all the students ਨਾਲ, ਜੋ ਪਹਿਲਾਂ ਲੱਗੇ ਹੋਏ ਸੀ। ਕਿਉਂ? ਕਿਉਂਕਿ with ਨਾਲ ਲੱਗ ਗਿਆ ਸੀ। ਹੁਣ ਫੇਰ ਅੱਗੋਂ ਦੇਖਦੇ ਹਾਂ with ਨਾਲ ਲੱਗ ਕੇ ਵਰਬ ਕਿਸ ਤਰ੍ਹਾਂ ਐਗਰੀਮੈਂਟ ਕਰਦਾ? he with all his friends, ਹੁਣ he ਕੱਲਾ with all his friends, ਠੀਕ ਹੈ। ਹੁਣ ਗੱਲ ਹੋ ਰਹੀ ਹੈ he ਦੀ, with ਨਾਲ ਲੱਗ ਗਿਆ, ਸੋ he ਦੇ ਨਾਲ ਸਮਝੌਤਾ ਵਰਬ ਨੇ ਕਰ ਲਿਆ ਕਿ ਮੈਂ ਤਾਂ ਭਾਈ ਤੇਰੇ ਨਾਲ ਲੱਗਾ ਕਿਉਂਕਿ ਤੂੰ ਪਹਿਲਾਂ ਵਾ। ਸੋ he with all his friends was ready to do or die, ਕਿ ਉਹ ਆਪਣੇ ਮਿੱਤਰਾਂ ਸਮੇਤ ਰੈਡੀ ਹੋ ਗਿਆ ਕਰਨ ਜਾਂ ਮਰਨ ਲਈ। C, ਦੇ, ਹੁਣ ਇੱਥੇ ਜ਼ਿਆਦਾ ਜਣੇ ਆ ਇਸ ਕਰਕੇ ਵਰਬ ਜ਼ਿਆਦਾ ਜਣਿਆਂ ਦੇ ਹਿਸਾਬ ਨਾਲ ਲੱਗੇਗਾ। ਦੇ ਨਾਲ ਇਸ ਤਾਂ ਲੱਗਦਾ ਨਹੀਂ, ਸੋ ਆਰ ਲੱਗੇਗਾ। ਦੇ ਐਜ਼ ਵੈਲ ਐਜ਼ I, ਉਹ ਅਤੇ, ਹੁਣ ਐਜ਼ ਵੈਲ ਐਜ਼ ਦਾ ਮਤਲਬ ਵੀ ਕੀ ਹੁੰਦਾ? ਅਤੇ। ਦੇ ਐਜ਼ ਵੈਲ ਐਜ਼ I are sick of his behavior, ਕਿ ਉਹ ਅਤੇ ਮੈਂ ਅਸੀਂ ਉਸ ਦੇ ਸੁਭਾਅ ਤੋਂ ਤੰਗ ਹਾਂ। D, good leaders as well as a responsible public are essential for the success of democracy, ਕਿ ਚੰਗੇ ਨੇਤਾ, ਹੁਣ ਜ਼ਿਆਦਾ ਜਣੇ ਹੋ ਗਏ ਇਸ ਕਰਕੇ is ਨਹੀਂ ਲੱਗੇਗਾ, ਆਰ ਲੱਗੇਗਾ। ਚੰਗੇ ਨੇਤਾ ਅਤੇ ਜ਼ਿੰਮੇਵਾਰ ਜਨਤਾ ਲੋਕਤੰਤਰ ਦੀ ਕਾਮਯਾਬੀ ਲਈ ਜ਼ਰੂਰੀ ਹਨ। 7th, when two subjects are connected by not only but also the verb agrees with the second subject। ਹੁਣ ਜਿਹੜੇ ਸੈਂਟੈਂਸ ਦੇ ਵਿੱਚ ਦੋ ਸਬਜੈਕਟਸ ਲੱਗੇ ਹੋਣ ਤੇ ਦੋਨੋਂ ਜੁੜੇ ਕਿਹਦੇ ਨਾਲ ਹੋਣ? not only ਤੇ but also ਦੇ ਨਾਲ। ਜਦੋਂ not only ਤੇ but also ਲੱਗਿਆ ਹੋਵੇ ਤਾਂ ਵਰਬ ਕਿਹਦੇ ਨਾਲ ਸਮਝੌਤਾ ਕਰ ਲੈਂਦਾ? ਸੈਕਿੰਡ ਸਬਜੈਕਟ ਦੇ ਨਾਲ, ਕਿ ਭਾਈ ਜੋ ਸਬਜੈਕਟ ਬਾਅਦ ਚੋਂ ਆਇਆ ਮੈਂ ਤਾਂ ਉਹਦੇ ਹਿਸਾਬ ਨਾਲ ਚੇਂਜ ਹੋਵਾਂਗਾ। ਸੋ ਕਿ not only the master but his servants, ਕਿ ਨਾ ਹੀ ਸਿਰਫ ਮਾਸਟਰ ਪਰ ਉਹਦੇ ਨੌਕਰ ਵੀ have also been badly wounded, ਕਿ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਾਂ ਉਹਨਾਂ ਨੂੰ ਕਰ ਦਿੱਤਾ ਗਿਆ।
ਨੋਟ ਓਨਲੀ ਦ ਸੋਲਜਰਸ, ਨਾ ਹੀ ਇਕੱਲੇ ਸੈਨਿਕ, ਬਟ ਦਾ ਕੈਪਟਨ, ਪਰ ਉਹਨਾਂ ਦਾ ਕੈਪਟਨ ਵੀ ਹੈਜ਼ ਆਲਸੋ ਬੀਨ ਅਰੈਸਟਡ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ। ਠੀਕ ਹੈ, ਸੋ ਪਹਿਲਾਂ ਪਲੂਰਲ ਸੋਲਜਰਸ, ਪਰ ਵਰਬ ਨੇ ਸੋਲਜਰਸ ਦੇ ਨਾਲ ਨਹੀਂ ਸਮਝੌਤਾ ਕੀਤਾ, ਯਾਨੀ ਫਸਟ ਸਬਜੈਕਟ ਦੇ ਨਾਲ ਸਮਝੌਤਾ ਨਹੀਂ ਕੀਤਾ, ਉਹਨੇ ਸੈਕਿੰਡ ਸਬਜੈਕਟ ਦੇ ਨਾਲ ਕੀਤਾ, ਕੈਪਟਨ ਦੇ ਨਾਲ। ਕੈਪਟਨ ਦੇ ਹਿਸਾਬ ਨਾਲ ਉਸਨੇ ਹੈਵ ਨਹੀਂ ਲਗਾਇਆ, ਹੈਜ਼ ਲਗਾਤਾ। ਇਸੇ ਤਰ੍ਹਾਂ ਫਸਟ ਵਿੱਚ ਦੇਖੀਏ ਸਰਵੈਂਟਸ ਜ਼ਿਆਦਾ ਸੀ, ਸੈਕਿੰਡ ਹੈ ਨਾ, ਤੇ ਉਸਨੇ ਸਰਵੈਂਟਸ ਦੇ ਹਿਸਾਬ ਨਾਲ ਹੈਵ ਲਗਾ ਦਿੱਤਾ। Next है 8th, when the subject is the formal, there the verb agrees with the real subject that follows it. For example, ਕਹਿੰਦੇ ਜਦੋਂ ਸਬਜੈਕਟ ਇੱਕ ਫਾਰਮੈਲਿਟੀ ਦੇ ਤੌਰ ਤੇ ਹੋਵੇ, ਉਹਦੀ ਜਗ੍ਹਾ देयर ਲੱਗਿਆ ਹੋਵੇ, ਪਰ ਉਸ ਕੇਸ ਵਿੱਚ ਜਿਹੜਾ ਰੀਅਲ ਸਬਜੈਕਟ ਉਸ ਸੈਂਟੈਂਸ ਵਿੱਚ ਹੁੰਦਾ ਹੈ, ਵਰਬ ਉਸ ਨੂੰ ਫੋਲੋ ਕਰਦਾ ਹੈ। ਸੋ ਆਓ ਐਗਜ਼ਾਮਪਲ ਦੇਖਦੇ ਹਾਂ। ਏ ਵਿੱਚ ਕੀ ਹੈ ਕਿ there is no hope of his success, ਸੋ there ਇੱਥੇ ਇੱਕ ਫਾਰਮਲ ਸਬਜੈਕਟ ਹੈ, ਪਰ ਇਸ ਦੇ ਮਗਰ ਇੱਕ ਸਬਜੈਕਟ ਹੈ, ਉਹ ਹੈ hope। ਠੀਕ ਹੈ, ਸੋ ਹੋਪ ਦੇ ਹਿਸਾਬ ਨਾਲ ਵਰਬ ਆਪਣਾ ਐਗਰੀਮੈਂਟ ਚੇਂਜ ਕਰੇਗਾ। ਹੋਪ ਸਿੰਗੂਲਰ ਹੈ, ਇਸ ਕਰਕੇ ਵਰਬ ਵੀ ਸਿੰਗੂਲਰ ਆ ਜਾਏਗਾ, देयर इज no hope of his success। ਇਸੇ ਤਰ੍ਹਾਂ ਸੈਕਿੰਡ ਕੀ ਹੈ, there were many difficulties, ਉਹ there ਇੱਥੇ ਇੱਕ ਫਾਰਮਲ ਤੌਰ ਤੇ ਸਬਜੈਕਟ ਬਣਿਆ ਹੋਇਆ ਹੈ, ਪਰ ਐਕਚੁਅਲ ਸਬਜੈਕਟ ਕਿਹੜਾ ਹੈ, difficulties। ਠੀਕ ਹੈ, ਮੁਸੀਬਤਾਂ। ਸੋ difficulties ਪਲੂਰਲ ਦੇ ਹਿਸਾਬ ਨਾਲ ਵਰਬ ਕੀ ਚੇਂਜ ਹੋ ਜਾਏਗਾ, were ਆ ਜਾਏਗਾ। ਨੈਕਸਟ either, neither, each, everyone, one of the, take a singular verb for example। ये सारे singular verb हम either, neither, each, everyone, one of the। ठीक है, ਜਦੋਂ ਇਕੱਲੇ ਲੱਗੇ ਹੋਣ ਇਹਨਾਂ ਨੂੰ ਅਸੀਂ plural ਨਹੀਂ ਕਾਊਂਟ ਕਰਨਾ। ਐਗਜ਼ਾਮਪਲਸ ਦੇਖਦੇ ਹਾਂ, ਆਪਾਂ ਨੂੰ ਝੱਟ ਸਮਝ ਆ ਜਾਏਗੀ। neither of the two books was interesting, ਕਿ ਇਹਨਾਂ ਦੋਨਾਂ ਕਿਤਾਬਾਂ ਵਿੱਚੋਂ ਇੱਕ ਵੀ ਨਹੀਂ। ਠੀਕ ਹੈ, ਸੋ ਗੱਲ ਹੋ ਰਹੀ ਹੈ ਇੱਕ ਵੀ ਨਹੀਂ, ਦੋਨਾਂ ਦੀ ਨਹੀਂ ਗੱਲ ਹੋ ਰਹੀ, ਇਹਨਾਂ ਦੋਨਾਂ ਕਿਤਾਬਾਂ ਵਿੱਚੋਂ ਇੱਕ ਵੀ ਨਹੀਂ। ਠੀਕ ਹੈ, ਸੋ ਇੱਕ ਦੀ ਗੱਲ ਹੋ ਰਹੀ ਹੈ, ਇਸ ਕਰਕੇ ਸਿੰਗੂਲਰ ਹੋ ਗਿਆ। neither of the two books was interesting। ਠੀਕ ਹੈ, ਤੇ ਜੇ ਸਿੰਪਲ ਕਹਿਣਾ ਹੋਵੇ these two books were not interesting। ਠੀਕ ਹੈ, ਫਿਰ ਉੱਥੇ were ਆ ਜਾਏਗਾ। ਸੈਕਿੰਡ, every one of these workers, ਕਿ ਸਾਰੇ ਕਾਮਿਆਂ ਦੇ ਵਿੱਚੋਂ ਹਰ ਕੋਈ is an expert, ਕਿ ਹਰ ਕੋਈ ਮਾਹਿਰ ਹੈ ਆਪਣੇ ਕੰਮ ਦਾ। ਸੀ, one of the students, ਕਿ ਇਹਨਾਂ ਸਾਰੇ ਸਟੂਡੈਂਟਸ ਦੇ ਵਿੱਚੋਂ ਇੱਕ is differently abled, ਅਲੱਗ ਤਰੀਕੇ ਨਾਲ ਯੋਗ ਹੈ। each of these two girls is intelligent, ਹੁਣ ਗੱਲ ਦੋਨੋਂ ਕੁੜੀਆਂ ਦੀ ਹੈ, ਪਰ ਹਰ ਇੱਕ ਕੁੜੀ ਦੀ ਗੱਲ ਕੀਤੀ ਗਈ ਹੈ, ਸੋ ਇੱਥੇ ਇੱਕ ਦੇ ਹਿਸਾਬ ਨਾਲ ਆਊਗਾ ਕਿ each of these two girls is intelligent। ਠੀਕ ਹੈ, ਜੇ ਆਂਦਾ these two girls, ਫਿਰ are intelligent ਆ ਜਾਣਾ ਸੀ। either of these two boys, ਇਹਨਾਂ ਦੋਨਾਂ ਲੜਕਿਆਂ ਵਿੱਚੋਂ ਕੋਈ ਇੱਕ is fit for this work, ਉਹ ਇਸ ਕੰਮ ਲਈ ਫਿਟ ਹੈ। ਨੈਕਸਟ 10th, nouns which are plural in form but singular in meaning should be followed by singular verbs, ਕਿ ਕੁਝ nouns ਇਹੋ ਜਿਹੇ ਹੁੰਦੇ ਹਨ ਜਿਹੜੇ ਲੱਗਦੇ ਹਨ ਕਿ ਇਹ plural ਹਨ, ਪਰ ਉਹ meaning ਵਿੱਚ singular ਹੁੰਦੇ ਹਨ, ਸੋ ਉਹਨਾਂ ਦੇ ਨਾਲ verb singular ਹੀ ਲੱਗੇਗਾ। ਜਿਸ ਤਰ੍ਹਾਂ mathematics, ਹੁਣ ਐਸ ਲੱਗ ਗਿਆ ਪਰ ਇਹ ਹੈਗਾ ਸਿੰਗੂਲਰ ਹੈ। ਮੈਥਮੈਟਿਕਸ ਇਜ਼ ਮਾਈ ਫੇਵਰੇਟ ਸਬਜੈਕਟ। ਪੋਲਿਟਿਕਸ ਇਜ਼ ਅ ਡਰਟੀ ਗੇਮ। ਦ ਵੇਜਿਸ ਯਾਨੀ ਤਨਖਾਹ ਆਫ ਸਿਨ ਇਜ਼ ਡੈਥ, ਕਿ ਪਾਪ ਦੀ ਕਮਾਈ ਮੌਤ ਦੇ ਸਮਾਨ ਹੈ। ਦ ਨਿਊਜ਼ ਇਜ਼ ਟੂ ਗੁੱਡ ਟੂ ਬੀ ਟਰੂ, ਕਿ ਖਬਰ ਇੰਨੀ ਅੱਛੀ ਹੈ ਕਿ ਯਕੀਨ ਨਹੀਂ ਹੁੰਦਾ ਕਿ ਇਹ ਸੱਚੀ ਹੈ। ਗੁਲੀਵਰਸ ਟਰੈਵਲਸ ਇਜ਼ ਐਨ ਇੰਟਰਸਟਿੰਗ ਬੁੱਕ, ਕਿ ਗੁਲੀਵਰ ਟਰੈਵਲਸ ਇੱਕ ਰੋਚਕ ਕਿਤਾਬ ਹੈ। ਇਸੇ ਤਰ੍ਹਾਂ ਕਲੈਕਟਿਵ ਨਾਉਨ ਜਿਹਨੂੰ ਸਮੂਹਵਾਚਕ ਨਾਮ ਕਿਹਾ ਜਾਂਦਾ ਹੈ। ਕ੍ਰਿਊ ਜਹਾਜ਼ ਚਲਾਉਣ ਵਾਲੇ ਸਟਾਫ ਨੂੰ ਕਿਹਾ ਜਾਂਦਾ ਹੈ। ਜਿਊਰੀ ਫੈਸਲਾ ਕਰਨ ਵਾਲੇ ਜੱਜਾਂ ਦੇ ਇੱਕ ਗਰੁੱਪ ਨੂੰ ਕਿਹਾ ਜਾਂਦਾ ਹੈ। ਕਮੇਟੀ ਇਹ ਵੀ ਸਲਾਹ ਕਰਨ ਵਾਲੇ ਬੰਦਿਆਂ ਦੇ ਗਰੁੱਪ ਨੂੰ ਕਿਹਾ ਜਾਂਦਾ ਹੈ। ਇਜ਼ ਫੋਲੋਡ ਬਾਈ ਅ ਸਿੰਗੂਲਰ ਵਰਬ, ਸੋ ਕਿਉਂਕਿ ਇਹ ਇੱਕ ਇਕੱਠ ਨੂੰ ਇੱਕ ਨਾਮ ਦਿੱਤਾ ਗਿਆ, ਸੋ ਇਹ ਸਿੰਗੂਲਰ ਹਨ ਤੇ ਇਹਦੇ ਨਾਲ ਵਰਬ ਵੀ ਸਿੰਗੂਲਰ ਵਾਂਗ ਹੀ ਲੱਗਦਾ ਹੈ। ਵੈਨ ਦਾ ਗਰੁੱਪ ਇਜ਼ ਥਾਟ ਆਫ ਐਜ਼ ਅ ਸਿੰਗਲ ਯੂਨਿਟ, ਜਦੋਂ ਕਿ ਇੱਕ ਗਰੁੱਪ ਨੂੰ ਅਸੀਂ ਇੱਕ ਸਿੰਗਲ ਯੂਨਿਟ ਵਾਂਗੂ ਮੰਨ ਲੈਂਦੇ ਹਾਂ। ਬਟ ਵੈਨ ਇੰਡੀਵਿਜੂਅਲ ਮੈਂਬਰਸ ਆਫ ਦਾ ਗਰੁੱਪ ਆਰ ਰੈਫਰਡ ਟੂ, ਦ ਪਲੂਰਲ ਵਰਬ ਇਜ਼ ਯੂਜ਼ਡ, ਪਰ ਉਹਦੇ ਨਾਲ ਹੀ ਜਦੋਂ ਅਸੀਂ ਉਸ ਕਮੇਟੀ ਦੇ, ਉਸ ਜਿਊਰੀ, ਉਸ ਕ੍ਰਿਊ ਦੇ ਮੈਂਬਰਸ ਬਾਰੇ ਗੱਲ ਕਰਾਂਗੇ, ਉਹਨਾਂ ਨੂੰ ਰੈਫਰ ਕਰਾਂਗੇ, ਭਾਵ ਉਹਨਾਂ ਬਾਰੇ ਗੱਲ ਕਰਾਂਗੇ, ਤਾਂ ਪਲੂਰਲ ਵਰਬ ਯੂਜ਼ ਹੋਏਗਾ। ਫੋਰ ਐਗਜ਼ਾਮਪਲ, ਅ ਕਮੇਟੀ ਵਾਜ਼ ਅਪਾਇੰਟਡ to suggest some reforms
ਕਿ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਕੁਝ ਸੁਧਾਰ ਅੱਗੇ ਰੱਖ ਸਕੇ। The committee were divided on the issue। ਹੁਣ ਇੱਥੇ ਕਮੇਟੀ ਦੇ ਨਾਲ ਵਰ ਲੱਗਿਆ, ਸੋ ਇਹਦਾ ਮਤਲਬ ਹੈ ਕਿ ਕਮੇਟੀ ਦੇ ਬੰਦਿਆਂ ਦੀ ਗੱਲ ਕੀਤੀ ਗਈ ਹੈ ਕਿ ਉਸ ਦੇ ਬੰਦੇ ਡਿਵਾਈਡ ਹੋ ਗਏ ਇੱਕ ਖਾਸ ਮੁੱਦੇ ਤੇ। See, the jury was unanimous in its verdict ਕਿ ਜਿਊਰੀ ਆਪਣੇ ਫੈਸਲੇ ਤੇ ਸਰਵਸੰਮਤੀ ਨਾਲ ਸਹਿਮਤ ਸੀ। ਤੇ ਇਸੇ ਤਰ੍ਹਾਂ the jury were divided, ਸੋ ਇੱਥੇ ਜੂਰੀ ਦੇ ਮੈਂਬਰਸ ਉਹ ਡਿਵਾਈਡ ਹੋ ਗਏ in their opinions, ਆਪਣੇ ਆਪਣੇ ਪੱਖਾਂ ਨੂੰ ਲੈ ਕੇ। 12th, when the subject of a verb is a relative pronoun, the verb agrees in number and person with the antecedent of the relative pronoun। For example, ਐਂਟੀਸੀਡੈਂਟ ਹੁੰਦਾ ਕਿ ਜੋ ਗੱਲ ਪਹਿਲਾਂ ਕਹੀ ਗਈ, ਠੀਕ ਕਿ ਮੰਨ ਲਓ ਇੱਕ ਸੈਂਟੈਂਸ ਦੇ ਵਿੱਚ ਇੱਕ ਸਬਜੈਕਟ ਹੋਵੇ ਤੇ ਉਸ ਸਬਜੈਕਟ ਦੇ ਨਾਲ ਪ੍ਰੋਨਾਊਨ ਜੋੜ ਕੇ ਉਸ ਸਬਜੈਕਟ ਬਾਰੇ ਅੱਗੇ ਗੱਲ ਕੀਤੀ ਗਈ ਹੋਵੇ, ਤਾਂ ਜੋ ਵਰਬ ਹੈ ਉਹ ਜੋ ਪ੍ਰੋਨਾਊਨ ਤੋਂ ਪਹਿਲੇ ਸਬਜੈਕਟ ਆਏਗਾ ਉਹਦੇ ਨਾਲ ਉਹ ਐਗਰੀਮੈਂਟ ਕਰੇਗਾ। ਦ ਬॉय ਹੂ ਆਲਵੇਜ਼ ਸਟੈਂਡਸ ਫਸਟ ਕਿ ਉਹ ਲੜਕਾ ਜੋ ਹਮੇਸ਼ਾ ਫਸਟ ਆਂਦਾ ਹੈ। is my son, ਉਹ ਮੇਰਾ ਬੇਟਾ ਹੈ। Second, the time which is lost, ਉਹ ਸਮਾਂ ਜਿਹੜਾ ਕਿ ਉਹਨੂੰ ਖੁੰਝ ਗਿਆ ਹੈ is lost forever, ਉਹ ਸਦਾ ਲਈ ਹੀ ਖੁੰਝ ਗਿਆ ਹੈ। I who am your friend, so ਇੱਥੇ I ਕੀ ਹੈ subject, who ਕੀ ਹੈ pronoun, so who pronoun, so pronoun ਦਾ antecedent ਕੀ ਲੱਗਿਆ ਹੋਇਆ I, ਯਾਨੀ pronoun ਤੋਂ ਪਹਿਲਾਂ ਕੀ ਲੱਗਿਆ ਹੋਇਆ I, ਤੇ ਅੱਗੇ ਜੋ verb ਆਏਗਾ ਉਹ I ਦੇ ਹਿਸਾਬ ਨਾਲ ਆਏਗਾ, ਯਾਨੀ first subject ਦੇ ਹਿਸਾਬ ਨਾਲ ਆਏਗਾ। I who am your friend ਕਿ ਮੈਂ ਜਿਹੜਾ ਕਿ ਤੁਹਾਡਾ ਦੋਸਤ ਹਾਂ will certainly help you, ਤੁਹਾਡੀ ਮਦਦ ਜ਼ਰੂਰ ਕਰਾਂਗਾ। This is one of the most interesting books, ਇਹ ਬਹੁਤ ਜ਼ਿਆਦਾ ਰੋਚਕ ਕਿਤਾਬਾਂ ਵਿੱਚੋਂ ਇੱਕ ਹੈ that have ever appeared, ਜਿਹੜੀਆਂ ਕਿ ਹੁਣ ਤੱਕ ਦੁਨੀਆ ਦੇ ਵਿੱਚ ਆਈਆਂ ਹਨ। ਸੋ ਇੱਥੇ that ਇੱਕ pronoun ਹੈ, ਪਰ ਉਸ ਤੋਂ ਪਹਿਲਾਂ ਸਬਜੈਕਟ ਕੀ ਹੈ ਬੁੱਕਸ, ਸੋ ਬੁੱਕਸ ਦੇ ਹਿਸਾਬ ਨਾਲ ਵਰਬ ਫਾਈਨਲ ਹੋਏਗਾ। ਸੋ ਬੁੱਕਸ ਕਿਉਂਕਿ ਪਲੂਰਲ ਹੈ, ਸੋ ਇਹਦੇ ਨਾਲ ਕੀ ਲੱਗੇਗਾ ਹੈਵ। ਸੋ ਉਹ ਮੋਸਟ ਇੰਟਰਸਟਿੰਗ ਬੁੱਕਸ ਜਿਹੜੀਆਂ ਕਿ ਹੁਣ ਤੱਕ ਇਸ ਧਰਤੀ ਤੇ ਆਈਆਂ ਹਨ, ਇਹ ਕਿਤਾਬ ਉਹਨਾਂ ਮੋਸਟ ਇੰਟਰਸਟਿੰਗ ਬੁੱਕਸ ਦੇ ਵਿੱਚੋਂ ਇੱਕ ਕਿਤਾਬ ਹੈ। Next, when the subject is a sum of money considered as a whole, a singular verb is used। ਭਾਵ ਜਦੋਂ sum of money ਦੀ ਗੱਲ ਕੀਤੀ ਹੋਵੇ means 1 ਰੁਪਏ ਨੂੰ ਵੀ ਸਿੰਗੂਲਰ ਲੈਣਾ ਤੇ 100 ਰੁਪਏ ਨੂੰ ਵੀ ਸਿੰਗੂਲਰ ਹੀ ਮੰਨਣਾ ਹੈ। If the subject is a sum of money and it refers to the notes or coins considered separately, a plural verb is used। ਤੇ ਜੇ ਸਬਜੈਕਟਸ ਉਸ ਮਨੀ ਦੇ ਨੋਟਸ ਨੂੰ ਸੈਪਰੇਟਲੀ ਕੰਸੀਡਰ ਕਰੇ ਤਾਂ ਉਹਦੇ ਨਾਲ ਅਸੀਂ ਪਲੂਰਲ ਵਰਬ ਯੂਜ਼ ਕਰਾਂਗੇ। ਐਗਜ਼ਾਮਪਲਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਕਲੀਅਰ ਹੋ ਜਾਏਗਾ। ਫਸਟ, 100 rupees is not a small amount। ਹੁਣ ਇੱਥੇ ਇੱਕ ਪੂਰੀ ਅਮਾਉਂਟ ਦੀ ਗੱਲ ਕੀਤੀ ਗਈ ਹੈ ਜਿਹਨੂੰ ਅਸੀਂ ਨਾਮ ਦਿੱਤਾ 100 rupees ਕਿ 100 rupees ਇੱਕ ਛੋਟੀ ਰਾਸ਼ੀ ਨਹੀਂ ਹੁੰਦੀ। ਸੈਕਿੰਡ, 100 rupees were found in his purse। ਹੁਣ ਇੱਥੇ ਜੇ 100 rupees ਨਾਲ ਵਰ ਲੱਗਿਆ, ਇਹਦਾ ਮਤਲਬ ਕਿ ਇਕੱਲੇ 100 ਰੁਪਏ ਦੇ ਨੋਟ ਬਾਰੇ ਨਹੀਂ ਗੱਲ ਕੀਤੀ ਜਾ ਰਹੀ, ਹੋ ਸਕਦਾ ਵਿੱਚ 1-1 ਰੁਪਏ ਦੇ ਵੀ ਹੋਣ, 10 ਦੇ ਵੀ ਹੋਣ, 20 ਦੇ ਵੀ ਹੋਣ, 50 ਦੇ ਵੀ ਹੋਣ, ਠੀਕ ਹੈ। ਸੋ ਸਾਰਿਆਂ ਨੂੰ ਮਿਲਾ ਕੇ ਕਿੰਨੇ ਰੁਪਏ ਮਿਲ ਗਏ 100 rupees, ਠੀਕ ਹੈ। ਸੋ ਜੇ ਆਪਾਂ ਵਰ ਲਗਾਵਾਂਗੇ ਇਹਦਾ ਮਤਲਬ ਹੈ ਕਿ ਅਸੀਂ ਨੋਟਾਂ ਨੂੰ ਗਿਣ ਕੇ ਇੱਕ ਅਮਾਉਂਟ ਦੱਸ ਰਹੇ ਹਾਂ। 5000 rupees is a good price for this camera ਕਿ ਇਸ ਕੈਮਰੇ ਲਈ 5000 rupees ਇੱਕ ਅੱਛੀ ਕੀਮਤ ਹੈ, ਠੀਕ। ਸੋ 5000 rupees ਨੂੰ ਅਸੀਂ ਇੱਕ ਕੀਮਤ ਦਾ ਨਾਮ ਦੇਤਾ, ਸਿੰਗੂਲਰ ਹੋ ਗਿਆ। There are 50 rupees in his pocket, ਉਸ ਦੀ ਪੋਕਟ ਵਿੱਚ 50 ਰੁਪਏ ਹਨ। ਸੋ ਵਰ ਲੱਗ ਗਿਆ, ਇਹਦਾ ਮਤਲਬ ਕੱਲੇ 50 rupees ਇੱਕ ਨੋਟ ਦੀ ਗੱਲ ਨਹੀਂ ਕੀਤੀ ਗਈ, ਕਈ ਨੋਟਾਂ ਨੂੰ ਮਿਲਾ ਕੇ 50 rupees ਹੋ ਗਏ। There are 10 silver rupees in my box। ਸੋ ਇੱਥੇ ਵੀ ਕੀ ਕੀਤਾ ਗਿਆ, ਜਿਹੜੇ ਸਿਲਵਰ ਰੁਪੀਜ਼ ਹਨ ਉਹਨਾਂ ਦੀ ਗਿਣਤੀ ਕਰ ਲਈ ਗਈ ਕਿ ਉਹ ਕਿੰਨੇ ਹਨ ਗਿਣਤੀ ਵਿੱਚ 10। Activity 7, the tallest of these boys dash next door to me। ਸੋ ਇਹਦੇ ਵਿੱਚ ਅਸੀਂ ਕਰਨਾ ਕੀ ਹੈ ਕਿ ਸਾਹਮਣੇ ਦੋ ਵਰਬ ਦਿੱਤੇ ਹੋਏ ਹਨ, ਜੋ ਸੂਟੇਬਲ ਵਰਬ ਹੈ ਉਹ ਅਸੀਂ ਬਲੈਂਕ ਵਿੱਚ ਫਿਲ ਕਰਨਾ ਹੈ। ਸੋ ਮੈਂ ਨਾਲ ਹੀ ਫਿਲ ਕਰੀ ਜਾਣਾ। The tallest of these boys lives next door to me। ਲਿਵਸ ਕਿਉਂ ਲੱਗਿਆ, ਕਿਉਂਕਿ ਸਿੰਗੂਲਰ ਦੀ ਗੱਲ ਕੀਤੀ ਗਈ ਕਿ ਇਹਨਾਂ ਲੜਕਿਆਂ ਵਿੱਚੋਂ ਸਭ ਤੋਂ ਲੰਬਾ ਲੜਕਾ ਮੇਰਾ ਗੁਆਂਢੀ ਹੈ। ਸੈਕਿੰਡ, all the players in my team, ਹੁਣ ਸਾਰੇ ਪਲੇਅਰਸ ਦੀ ਗੱਲ ਕੀਤੀ ਹੈ ਤਾਂ ਮਤਲਬ ਪਲੂਰਲ ਹੈ। all the players in my team have done well। third, the toys were bought by Anil। ਹੁਣ toys ਕੀ ਨੇ, ਪਲੂਰਲ, are really useful। fourth, he dash regularly, he third person ਹੈ, singular ਹੈ, walks
he walks regularly. Fifth, slow and steady wins the race. Sixth, time and tide wait for none. ਹੁਣ time अलग है, tide अलग है, so ये plural हो गया, ਇੱਥੇ होगा wait for none. Oil and water do not mix. Tobacco and alcohol, so ये दो अलग अलग हैं, are injurious to health. Ninth, either Ashok or Rakesh has done this mischief. Either you or he is mistaken. Neither the judge nor the witnesses believe him. Neither the captain nor the soldiers have been arrested. Either he or I am wrong. He as well as you is innocent. Each day and each hour has its own importance. Either of these two proposals is acceptable to me. The jury were divided in their opinion. The assembly is in session. I am the one who has always stood for justice. This is one of the most difficult lessons that has been taught. Thank you very much for watching this video. ਇਹ ਦੋ ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ, ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਇਹ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਇਹ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮੱਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।